ਮਿਲਾਪ ਚਾਹੁੰਦਾ, ਉਹਦੇ ਨਾਲ ਮਿਲਣਾ ਚਾਹੁੰਦਾ, ਦਰਸ਼ਨ ਕਰਨੇ ਚਾਹੁੰਦਾ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਕਹਿੰਦੇ ਲਿਆ ਫੜਾ ਘੋੜੀ ਦੀ ਲਗਾਮ, ਸਾਨੂੰ ਫੜਾ ਲਿਆ, ਅਸੀਂ ਤੇਰਾ ਮਿਲਾਪ ਕਰਾਉਣੇ। ਵੇਖੋ ਕਿੰਨੀ ਗਰੀਬੀ ਹੈ। ਜੀਤਨ ਜੀਤਨ ਹਰ ਕੋਈ ਆਖੇ, ਜਲਦੀ ਹਾਰ ਫਕੀਰਾ। ਜੀਤਨ ਦਾ ਮੁੱਲ ਕੌਡੀ, ਨਾ ਹੀ ਹਾਰਨ ਦਾ ਮੁੱਲ ਹੀਰਾ। ਦੇਖੋ ਸੱਚੇ ਪਾਤਸ਼ਾਹ ਕਿੰਨੀ ਗਰੀਬੀ ਹੈ ਸਾਡੇ ਪਾਤਸ਼ਾਹ। ਇਸ ਕਰਕੇ ਕੀਤੇ ਸਨ ਮੈਂ ਇਸ ਦੇ 4 ਹਿੱਸੇ, ਜਿਨ੍ਹਾਂ ਵਿੱਚ ਇੱਕ ਜੱਗ ਵਿੱਚ ਪੈ ਗਿਆ ਹੈ। ਬਾਕੀ ਤਿੰਨਾਂ ਦੀ ਗੱਲ ਮੈਂ ਕੀ ਦੱਸਾਂ, ਉਹ ਸਤਿਗੁਰ ਨਾਨਕ ਪਿਆਰਾ ਹੀ ਲੈ ਗਿਆ ਹੈ। ਗਰੀਬੀ ਦੀ ਦਾਤ ਲੈ ਗਿਆ ਹੈ। ਜਿੱਥੇ ਗਰੀਬੀ ਆਊ ਉੱਥੇ ਮਿਹਰ ਵੀ ਨਾਲ ਆਊਗੀ, ਮਿਹਰ ਨਾਲ ਆਊ। ਜਿੱਥੇ ਹੰਕਾਰ ਆਊ ਉੱਥੇ ਕਲਯੁਗ ਜ਼ਰੂਰ ਆਊ। ਇਸ ਕਰਕੇ ਸਾਧ ਸੰਗਤ, ਇਸ ਘਰ ਵਿੱਚ ਗਰੀਬੀ ਦੀ ਦਾਤ ਦੀ ਲੋੜ ਹੈ। ਉੱਥੇ ਸਾਧ ਸੰਗਤ, ਗੁਰੂ ਸਾਹਿਬ ਕਹਿੰਦੇ ਲਿਆ ਫੜਾ ਲਗਾਮ ਘੋੜੀ ਦੀ, ਤੈਨੂੰ ਮਿਲਾਪ ਕਰਾ ਦਈਏ। ਸਤਿਗੁਰ ਤੁਰ ਪਏ ਮੂਹਰੇ। ਨੌਜਵਾਨ ਬਾਬਾ ਲਹਿਣਾ ਜੀ ਘੋੜੀ ਤੇ ਬੈਠੇ। ਘੋੜੀ ਤੇ ਸਤਿਗੁਰ 17 ਸਾਲ ਰਹੇ ਕਰਤਾਰਪੁਰ, ਤੇ ਉਹ ਟਾਈਮ ਤੇ ਲਾਸਟ ਸਮਾਂ ਸੀ ਸਤਿਗੁਰਾਂ ਦਾ ਪਾਤਸ਼ਾਹ ਦਾ। ਉਹ ਟਾਈਮ ਤੇ ਸਤਿਗੁਰੂ ਪਾਤਸ਼ਾਹ ਤੁਰੇ ਜਾਂਦੇ ਆ। ਇੱਕ ਘਾਟ ਤੇ ਧੋਬੀ ਲੀੜੇ ਧੋਂਦਾ ਸੀ। ਉਹ ਗੁਰੂ ਨਾਨਕ ਦਾ ਪਾਸ਼ਕ ਸੀ। ਉਹਨੇ ਵੇਖਿਆ ਵੀ ਇਹ ਕੀ ਕੌਤਕ ਹੈ ਵੀ ਗੁਰੂ ਸਾਹਿਬ ਮੂਹਰੇ ਜਾ ਰਹੇ ਹੈ, ਉਹ ਘੋੜੀ ਤੇ ਬੈਠਾ। ਧੋਬੀ ਭੱਜਿਆ ਆਇਆ, ਚਰਨਾਂ ਤੇ ਮੱਥਾ ਟੇਕ ਕੇ ਕਹਿਣਾ ਗੁਰੂ ਜੀ ਇਹ ਕੀ ਕੌਤਕ ਹੈ। ਗੁਰੂ ਜੀ ਕਹਿੰਦੇ ਕਿਉਂ ਘਬਰਾਉਣਾ, ਜਿਹੜਾ ਘੋੜੀ ਤੇ ਬੈਠਾ ਇਹਨੂੰ ਪੁੱਛ ਇਹਦਾ ਨਾਂ ਕੀ ਹੈ। ਆਖੇ ਪੁਰਖਾ ਤੇਰਾ ਨਾਂ ਕੀ ਹੈ। ਮੇਰਾ ਨਾਂ ਹੈ ਲਹਿਣਾ। ਇਉਂ ਆਖੇ। ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਕੁਛ ਦੇਣਾ ਉਹ ਮੂਹਰਿਓਂ ਲੈਣ ਵਾਸਤੇ ਆਉਂਦੇ। ਇਉਂ ਆਖਿਓ। ਤੇ ਸਾਧ ਗੁਰੂ ਜੀ ਤੁਰ ਪਏ। ਅੱਗੇ ਸਤਸੰਗ ਲੱਗਿਆ ਹੋਇਆ ਹੈ। 5-7 ਹਜ਼ਾਰ ਸੰਗਤ ਬੈਠੀ ਉਹਨਾਂ ਸਮਿਆਂ 'ਚ। ਗੁਰੂ ਹੈ ਗੁਰੂ ਨਾਨਕ ਪਾਤਸ਼ਾਹ, ਕਿਉਂ ਨਾ ਬੈਠੇ। ਰੱਬੀ ਨੂਰ ਅਲਾਹੀ ਖਿੱਚ ਪੈਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪੁਰਖਾ ਉਹ ਜੰਡ ਦੇ ਨਾਲ ਘੋੜੀ ਬੰਨ੍ਹਦੇ, ਖੂਹੀ ਤੇ ਹੱਥ ਮੂੰਹ ਧੋਲਾ, ਤੇ ਤੇਰਾ ਗੁਰੂ ਨਾਨਕ ਨਾਲ ਮਿਲਾਪ ਕਰਨ ਵਾਸਤੇ ਅਸੀਂ ਪੁੱਛ ਕੇ ਆਉਂਦੇ ਹਾਂ। ਹਜ਼ੂਰ ਆਸਣ ਤੇ ਜਾ ਕੇ ਬਹਿ ਗਏ, ਦੀਵਾਨ ਵਿੱਚ ਬਹਿ ਗਏ ਮੇਰੇ ਪਾਤਸ਼ਾਹ। ਜਦੋਂ ਬੈਠ ਗਏ, ਸਿੱਖ ਨੂੰ ਆਖਿਆ, ਭਾਈ ਪੈਂਡੇ ਨੂੰ, ਇੱਕ ਚਿੱਟੇ ਵਸਤਰ ਨੌਜਵਾਨ ਘੋੜੀ ਤੇ ਆਇਆ। ਘੋੜੀ ਜੰਡ ਨਾ ਬੰਨ੍ਹਦਾ, ਉਹਦੇ ਹੱਥ ਪੈਰ ਧੁਆ ਕੇ ਉਹਨੂੰ ਲੈ ਕੇ ਆ ਦੀਵਾਨ ਵਿੱਚ। ਦੀਵਾਨ ਵਿੱਚ ਲੈ ਕੇ ਆ। ਉਹੀ ਸੱਚੇ ਪਾਤਸ਼ਾਹ ਬੈਠੇ ਦੀਵਾਨ 'ਚ। ਸਿੱਖ ਨੇ, ਭਾਈ ਪੈੜੇ ਨੇ ਆਖਿਆ ਪੁਰਖਾ ਕਿਵੇਂ ਆਇਆ। ਆਖਿਆ ਗੁਰੂ ਨਾਨਕ ਦੇ ਨਾਲ ਮੇਲ ਕਰਨ ਆਏ ਹਾਂ, ਦਰਸ਼ਨ ਕਰਨ ਆਏ ਹਾਂ। ਕਹਿੰਦੇ ਆ ਜਾ ਫਿਰ। ਹੱਥ ਪੈਰ ਧੁਆ ਲਈ, ਧੁਆ ਕੇ ਗੁਰੂ ਅੰਗਦ ਸਾਹਿਬ ਨੂੰ ਲਈ ਆਉਂਦਾ। ਐਂ ਜਿਵੇਂ ਸੰਗਤ ਬੈਠੀ ਹੈ, ਲਈ ਆਉਂਦਾ। ਤੇ ਕੀ ਆਖਿਆ, ਨੇੜੇ ਆਣ ਕੇ ਕਹਿੰਦੇ ਆਹ ਸਾਹਮਣੇ ਗੁਰੂ ਨਾਨਕ ਬੈਠੇ। ਬਾਬਾ ਲਹਿਣਾ ਜੀ ਕਹਿਣ ਲੱਗੇ ਇਹ ਤਾਂ ਮੈਨੂੰ ਘੋੜੀ ਤੇ ਲਗਾਮ ਫੜ ਕੇ ਲੈ ਕੇ ਆਏ ਆ, ਇਹ ਗੁਰੂ ਨਾਨਕ ਹੈ। ਕਿ ਹਾਂ। ਸਿੱਖ ਕਹਿਣ ਲੱਗਾ ਭਾਈ ਪੈੜਾ, ਜਿਸ ਕਿਸੇ ਨੇ ਦੱਸ ਪਾਈ ਉਹਨੇ ਤੈਨੂੰ ਕੀ ਆਖਿਆ ਸੀ। ਕਹਿੰਦੇ ਉਹਨੇ ਦੱਸਿਆ ਸੀ ਵੀ ਜੜ ਮਾਇਆ ਚੇਤਨ ਮਾਇਆ ਦਾ ਤਿਆਗੀ ਹੈ। ਕਹਿੰਦੇ ਫਿਰ ਉਹਦੀ ਗੱਲ ਸੱਚੀ ਹੈ ਨਾ।
ਜੜ ਮਾਇਆ ਚੇਤਨ ਮਾਇਆ ਦਾ ਤਿਆਗੀ ਕਰਕੇ ਹੀ ਇੰਨੀ ਨਿਮਰਤਾ ਹੈ ਨਾ। ਨਿਮਰਤਾ ਬਾਬਾ ਲਹਿਣਾ ਜੀ ਆ ਗਏ, ਨੇਤਰਾਂ 'ਚ ਜਲ ਆਇਆ, ਕਿੰਨੀ ਗਰੀਬੀ ਹੈ, ਕਿੰਨੀ ਨਿਮਰਤਾ ਹੈ। ਤੇ ਬੈਠ ਗਏ, ਕੀਰਤਨ ਹੋ ਰਿਹਾ ਸੀ, ਦਰਸ਼ਨ ਕੀਤੇ ਸਤਿਗੁਰ ਜੀ ਦੇ। ਮਨ ਦਾ ਖਿੜਿਆ ਖੇੜਾ, ਖੇੜੇ ਦੀ ਥਾਂ ਸਤਿਗੁਰ ਬੈਠੇ। ਅੱਜ ਸੋਹਣਾ ਲੱਗਦਾ ਵਿਹੜਾ। ਸਤਿਗੁਰਾਂ ਦੇ ਦਰਸ਼ਨ ਕੀਤੇ, ਨਦਰੀ ਨਦਰ ਨਿਹਾਲ ਹੋਇਆ। ਬਿਰਤੀ ਜੋੜ ਗਈ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਐ ਤਾਰ ਜੁੜ ਗਈ, ਨਿਹਾਲ ਹੋ ਗਏ। ਬੈਠੇ ਬੈਠੇ ਸਮਾਧੀ 'ਚ ਅੰਮ੍ਰਿਤ ਦਾ ਵੇਲਾ ਹੋ ਗਿਆ। ਫੁਰਨਾ ਬਣਿਆ, ਜਥੇ ਨੂੰ ਉੱਥੇ ਛੱਡ ਕੇ ਆਏ ਸੀ। ਆਖਿਆ ਸੀ ਮਾੜੇ ਜਿਹੇ ਦਰਸ਼ਨ ਕਰਕੇ ਮੈਂ ਹੁਣੇ ਆਇਆ, ਪਰ ਰਾਤ ਸਾਰੀ ਲੰਘ ਗਈ ਹੈ, ਭੋਗ ਪੈ ਗਿਆ, ਸਮਾਪਤੀ ਹੋ ਗਈ ਹੈ। ਬਾਬਾ ਲਹਿਣਾ ਜੀ ਜਾਣ ਲੱਗੇ। ਜਿਹੜੀ ਦੇਵੀ ਹੈ, ਕਹਿੰਦੇ ਇਹ ਕੀ ਕਰ ਰਹੀ ਸੀ? ਉੱਥੇ ਝਾੜੂ ਮਾਰ ਰਹੀ ਸੀ। ਝਾੜੂ, ਪ੍ਰਕਾਸ਼ ਪੈਂਦਾ ਸੀ, ਉੱਤੇ ਮੁਕਟ ਸੀ, ਸੋਹਣੇ ਵਸਤਰ ਪਹਿਨੇ ਸੀ, ਸੁਹੱਪਣ ਸੀ। ਬਾਬਾ ਲਹਿਣਾ ਜੀ ਨੇ ਪੁੱਛਿਆ, ਬੀਬਾ ਤੂੰ ਕੌਣ ਹੈ? ਆਖਿਆ ਲੈ, ਤੈਨੂੰ ਹਜੇ ਪਤਾ ਨਹੀਂ ਲੱਗਿਆ? 21 ਸਾਲ ਹੋ ਗਏ ਮੇਰੇ ਚਾਲੇ ਜਾਂਦਿਆਂ ਨੂੰ। ਬਾਬਾ ਲਹਿਣਾ ਜੀ ਕਹਿਣ ਲੱਗੇ ਤੂੰ ਦੇਵੀ ਆ? ਆਖੀ ਹਾਂ। ਆਗੇ ਇੱਥੇ ਕਿਵੇਂ ਆਈ ਹੈ? ਕਹਿੰਦੀ ਇਹ ਮੌਕੇ ਦੇ ਅਵਤਾਰ ਹੈ, ਦਰਗਾਹ 'ਚੋਂ ਆਏ ਹੈ, ਖੁਦ ਨਿਰੰਕਾਰ ਹੈ। ਮੈਂ ਇੱਕ ਰਾਤ ਝਾੜੂ ਮਾਰਦੀ ਇਸ ਦਰਬਾਰ ਦਾ ਅੰਮ੍ਰਿਤ ਵੇਲੇ, ਤੇ 29 ਦਿਨ ਸਾਰਿਆਂ ਨੂੰ ਮੈਂ ਦਾਤਾਂ ਵੰਡਦੀ ਹਾਂ, ਸਾਰਿਆਂ ਨੂੰ ਦਾਤਾਂ ਦਿੰਦੀ ਹਾਂ। ਬਾਬਾ ਲਹਿਣਾ ਜੀ ਕਹਿੰਦੇ 21 ਸਾਲ ਹੋ ਗਏ ਮੈਨੂੰ ਗਏ ਨੂੰ, ਤੇਰੇ ਕੋਲੇ ਮੈਨੂੰ ਤਾਂ ਕੋਈ ਦਾਤ ਮਿਲੀ ਨਹੀਂ। ਦੇਵੀ ਨੇ ਆਖਿਆ ਚੱਲ ਉੱਥੇ ਚੱਲੇ ਹੁਣ, ਤੇ ਹੁਣ ਦਾਤ ਦਊ। ਬਾਬਾ ਲਹਿਣਾ ਜੀ ਕਹਿੰਦੇ ਮੈਂ ਉੱਥੇ ਜਾਂਦਾ ਫਿਰੂ, ਇੱਥੇ ਹੀ ਕੁਛ ਦੇ ਦੇ, ਉੱਥੇ ਜਾਊਂ। ਦੇਵੀ ਨੇ ਆਖਿਆ ਮੰਗ ਜੋ ਕੁਛ ਮੰਗਣਾ। ਬਾਬਾ ਲਹਿਣਾ ਜੀ ਕਹਿੰਦੇ ਜਿਹੜੀ ਚੀਜ਼ ਮੰਗਾ ਦੇਵੇਂਗੀ? ਕਹਿੰਦੀ ਹਾਂ। ਬਾਬਾ ਲਹਿਣਾ ਜੀ ਨੇ ਦੋਨੇ ਹੱਥ ਕਰ ਲਏ ਝੋਲੀ। ਬਾਬਾ ਲਹਿਣਾ ਜੀ ਕਹਿੰਦੇ ਆ ਝਾੜੂ ਮੈਨੂੰ ਦੇ ਦੇ, ਆ ਜਿਹੜਾ ਝਾੜੂ ਹੈ ਤੇਰੇ ਕੋਲੇ, ਇਹ ਮੈਨੂੰ ਦੇ ਦੇ। ਉਹਨੇ ਆਖਿਆ ਦੇवी ने इस झाड़ू की कृपा से मेरी पूजा होती है, हम झाड़ू नहीं देंगे। बाबा लैना जी कहते कोई नहीं, फिर जिथे मैं संगतां नूं जोड़दा सी उत्थे इत्थे ही लियाऊं तोड़ूंगा। ते देवी ने डरदी ने फिर झाड़ू दे दिता। बाबा लैना जी ने गुरु नानक दे घर दा 7 साल झाड़ू मारिया। सत श्री अकाल। हाँ अज की बन गए? हर का सेवक हर ही जिहा भेद न जाना, सो मानस देहा बेअंती मिसालां हन। सतगुर की सेवा विच लग गए, सेवा विच लगे, अनेकां इम्तिहानां चों पास होए। सतगुर जी जा रहे हैं, अपना लोटा पानी सिड़ता, गंदे पानी च सिड़ता, सिटिया कहते फड़ो लोटा कोई कड्डो। किसी ने आख्या जी ये गंदे पानी च डिग पिया, हुण अगे किहड़ा आपां दुकान तो लिआंदा कोई होर मत्था टेक दूँ। बाबा लैना जी ने बिच बड़े, लोटे नूं धोता समारिया, गड़बा जानी धोता समारिया, हथ पैर धोते, हजूर दे चरणा च भेटा कीता, मत्था टेकिया। हजूर कहते पुरखा तू धन है, तू मेरी रमज नूं पा गया,
ਗੁਰੂ ਜੀ ਕਹਿੰਦੇ ਜਿਵੇਂ ਗੰਦੇ ਪਾਣੀ 'ਚ ਲੋਟਾ ਕੱਢਿਆ, ਤੂੰ ਸੇਵਾ 'ਚ ਲੱਗ ਜੇ, ਤੂੰ ਵੀ ਇਸ ਤਰ੍ਹਾਂ ਨਰਕਾਂ ਦੇ ਵਿੱਚੋਂ ਕੱਢਿਆ ਕਰੇਂਗਾ। ਗੁਰੂ ਦੀ ਰਮਜ ਪੁੰਨਾਂ ਦੇ ਨਾਲ ਸਮਝੀ ਜਾਂਦੀ ਹੈ, ਹਰੇਕ ਸਮਝ ਨਹੀਂ ਸਕਦਾ ਹੈ। ਇਸ ਕਰਕੇ ਸਾਧ ਸੰਗਤ ਅਨੇਕਾਂ ਹੀ ਮਿਸਾਲਾਂ ਹਨ। ਸਤਿਗੁਰਾਂ ਨੇ ਆਖਿਆ, ਪੁਰਖਾ ਤੂੰ ਸਾਡੀ ਰਮਜ ਨੂੰ ਪਾ ਗਿਆ ਤੇ ਹੁਣ ਕੀ ਕਰ, ਹੁਣ ਸਾਡੀ ਸੇਵਾ ਵਿੱਚ ਲੱਗ ਜਾ। ਸੇਵਾ ਵਿੱਚ ਤੇਰਾ ਨਾਂ ਲੈਣਾ ਤੇ ਤੈਨੂੰ ਸਭ ਕੁਝ ਦੇ ਦੇਣਾ, ਇਉਂ ਆਖਿਆ। ਸਤ ਵਚਨ ਆਖਿਆ। ਨੌਜਵਾਨ ਸੀ, ਬੱਚੇ ਦੋ ਛੋਟੇ ਸੀ, ਪਰਿਵਾਰ ਤੇ ਸਾਧ ਸੰਗਤ ਤੇ ਸਾਡੇ ਵੱਲ ਮੁਕਤਸਰ ਦੀ ਸੜਕ ਤੇ ਨਾਗੀ ਕੀ ਸਰਾਂ ਹੈ, ਉੱਥੇ ਤੇ ਸਾਧ ਸੰਗਤ ਫਿਰ ਦੁਕਾਨ ਛੱਡਤੀ, ਥੋਕ ਦੀ ਦੁਕਾਨ ਸੀ। ਜੇ ਰੱਬ ਨੂੰ ਮਿਲਣਾ ਹੋਵੇ ਕੁਛ ਕਰਨਾ ਪੈਂਦਾ। ਬੁੱਲੇ ਸ਼ਾਹ ਇਹ ਗੱਲ ਕਹਿੰਦਾ, ਪੈਂਦਾ ਆਪਦੀ ਕੁਲੀ ਨੂੰ ਅੱਗ ਲਾਉਣਾ, ਔਖਾ ਹੈ ਮਨਾਉਣਾ ਰੱਬ ਦਾ। ਔਖਾ ਹੈ। ਆਈ ਮੌਜ ਫਕੀਰ ਦੀ, ਗਿਆ ਝੋਪੜੀ ਫੂਕ। ਉੱਥੇ ਸਾਧ ਸੰਗਤ ਬਾਬਾ ਲਹਿਣਾ ਜੀ ਸੇਵਾ ਵਿੱਚ ਲੱਗ ਗਏ। ਜਦੋਂ ਸੇਵਾ ਵਿੱਚ ਲੱਗੇ, ਅਨੇਕਾਂ ਪਰਚੇ ਪਾਏ ਗੁਰੂ ਮਹਾਰਾਜ ਨੇ, ਸੰਗਤ ਵਿੱਚ ਪਰਚੇ ਪਾਏ। ਇੱਕ ਦਿਨ ਬਾਹਰੋਂ ਆ ਰਹੇ ਸੀ ਸੱਚੇ ਪਾਤਸ਼ਾਹ ਜੀ, ਨਾਲ ਸਿੱਖ ਸੰਗਤਾਂ ਸੀ ਤੇ ਦਰਬਾਰ ਸਾਹਿਬ ਦਾ ਇਸ ਤਰ੍ਹਾਂ ਬਗਲ ਹੋਇਆ ਵਾ। ਉੱਥੇ ਸਾਹਮਣੇ ਕੰਧ ਉੱਤੇ ਦੋ ਚਾਦਰਾਂ ਸੁੱਕਣੀਆਂ ਪਾਈਆਂ ਹੋਈਆਂ ਸੀ, ਚਾਦਰਾਂ। ਸਤਿਗੁਰ ਕਹਿਣ ਲੱਗੇ, ਭਾਈ ਸਾਧ ਸੰਗਤ ਆਓ, ਜਿਹੜੀਆਂ ਚਾਦਰਾਂ ਨਾ ਉਹ ਧੋਣ ਵਾਲੀਆਂ, ਉਹਨਾਂ ਨੂੰ ਧੋ ਸਮਾਰ ਕੇ ਸੁਕਾ ਕੇ ਲਿਆਓ, ਇਉਂ ਆਖਿਆ। ਬਾਬਾ ਬੁੱਢਾ ਜੀ ਕਹਿੰਦੇ, ਜੀ ਗਰੀਬ ਨਵਾਜ਼, ਚਾਦਰਾਂ ਧੋਤੀਆਂ ਵੀਆਂ ਹੈ, ਸੁੱਕੀਆਂ ਹੈ, ਲਾਉਣ ਵਾਲੀਆਂ ਹੈ। ਸਤਿਗੁਰਾਂ ਨੇ ਅਣਸੁਣਿਆ ਵਚਨ ਕਰਤਾ। ਸਤਿਗੁਰ ਫੇਰ ਫਰਮਾਨ ਲੱਗੇ, ਕਹਿੰਦੇ ਕੋਈ ਜਾਣਾ ਜਾਓ, ਕੋਈ ਮਰਜੀ ਜਾਓ, ਚਾਦਰਾਂ ਧੋ ਕੇ ਲਿਆਓ। ਸੰਗਤ ਨੇ ਆਖਿਆ, ਜੀ ਪਾਤਸ਼ਾਹ ਚਾਦਰਾਂ ਸਾਹਮਣੇ ਪਈਆਂ, ਧੋਤੀਆਂ ਵੀਆਂ ਹੈ, ਇਹ ਤਾਂ ਸੁੱਕੀਆਂ ਪਈਆਂ, ਲਾਉਣ ਵਾਲੀਆਂ ਹੈ। ਹਜ਼ੂਰ ਨੇ ਤੀਜੀ ਵੇ ਫੇਰ ਕਿਹਾ ਵੀ ਕੋਈ ਜਾਓ, ਚਾਦਰਾਂ ਨੂੰ ਧੋ ਕੇ ਲਿਆਓ। ਇਉਂ ਕਹਿ ਕੇ ਅੰਦਰ ਚਲੇ ਗਏ। ਹੁਣ ਕਈਆਂ ਦਾ ਫੁਰਨਾ ਬਣਿਆ, ਲੈ ਗੁਰੂ ਜੀ ਕਿਹੜਾ ਸੁਣਦੇ ਕਿਸੇ ਦੀ ਗੱਲ, ਜੀਵ ਨੂੰ ਕੀ ਪਤਾ ਲੱਗਦਾ ਗੁਰਮੁਖੋ। ਇਹ ਤਾਂ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣਾ। ਜਿਹਦੇ ਸਿਰ ਤੇ ਹੱਥ ਗੁਰੂ ਰਾਮਦਾਸ ਦਾ ਹੋਵੇ ਉਹੀ ਜਾਣ ਸਕਦਾ, ਦੂਸਰਾ ਨਹੀਂ ਜਾਣ ਸਕਦਾ ਗੁਰਮੁਖੋ। ਤੇ ਉੱਥੇ ਕਿਰਪਾ ਹੋਈ, ਸਾਰਿਆਂ ਵਿੱਚੋਂ ਨਿਤਰੇ। ਬਾਬਾ ਲਹਿਣਾ ਜੀ ਨੇ ਚਾਦਰਾਂ ਧੋਤੀਆਂ, ਦੀਵਾਨ 'ਚ ਬੈਠੇ ਸਤਿਗੁਰੂ, ਚਾਦਰਾਂ ਧੋ ਸਮਾ ਕੇ, ਸੁੱਕੜੀਆਂ ਪਾ ਕੇ ਧਿਆਨ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ, ਪੁਰਖਾ ਕਿੱਧਰੋਂ ਆਇਆ? ਕਹਿਣ ਲੱਗੇ, ਜੀ ਤੁਹਾਡੀ ਕਿਰਪਾ ਨਾਲ ਚਾਦਰਾਂ ਨੂੰ ਧੋ ਕੇ ਸਮਾਰ ਕੇ ਸੁੱਕੜੀਆਂ ਪਾ ਕੇ ਆਏ ਹਾਂ। ਹਜ਼ੂਰ ਕਹਿੰਦੇ, ਪੁਰਖਾ ਤੂੰ ਧੰਨ ਹੈ, ਜਦੋਂ ਧੋਤੀਆਂ ਹੋਈਆਂ ਚਾਦਰਾਂ ਤੂੰ ਧੋ ਸਕਦਾ। ਗੁਰੂ ਜੀ ਕਹਿੰਦੇ, ਜਿਹੜਾ ਤੇਰੇ ਕੋਲੇ ਆਇਆ ਕਰੂਗਾ ਉਹਦਾ ਮਨ ਵੀ ਤੂੰ ਇਸੇ ਤਰ੍ਹਾਂ ਧੋਇਆ ਕਰੇਗਾ। ਇਉਂ ਵਰ ਮਿਲਦੇ ਗੁਰੂ ਦੀ ਰਮਜ ਨੂੰ ਪਾ ਕੇ। ਹਰੇਕ ਗੁਰੂ ਦੀ ਰਮਜ ਨੂੰ ਪਾ ਨਹੀਂ ਸਕਦਾ ਹੈ, ਕਰਮਾਂ ਵਾਲੇ ਪਾ ਸਕਦੇ ਹੈ। ਇਸ ਕਰਕੇ ਸਾਸਨ ਅਨੇਕਾਂ ਹੀ ਬਚਨ ਹਨ ਗੁਰੂ ਮਹਾਰਾਜ ਦੇ। ਲਾਟ 7 ਸਾਲ ਸੇਵਾ ਕੀਤੀ, ਗੁਰੂ ਨਾਨਕ ਦੇ ਘਰ ਦੀ ਝਾੜੂ ਮਾਰਿਆ, ਸੇਵਾ ਕੀਤੀ, ਨਿਮਰਤਾ ਰੱਖੀ,
ਪ੍ਰੇਮ ਰੱਖਿਆ, ਆਏ ਸਭ ਤੋਂ ਮਗਰੋਂ, ਤੇ ਵੇਖੋ ਵੀ ਬਚਨ ਮੰਨਣ ਦੇ ਨਾਲ ਮੂਹਰੇ ਆਏ। ਜਿਨ੍ਹਾਂ ਨੇ ਹੁਕਮ ਮੰਨਿਆ ਹੋਵਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਵੇਂ ਮਿਹਰ ਹੋਈ ਸੱਚੇ ਪਾਤਸ਼ਾਹ। ਤੇ ਇੱਕ ਦਿਨ ਸਮਾਂ ਪਿਆ, ਕਹਿੰਦੇ ਪੁਰਖਾ ਤੂੰ 7 ਸਾਲ ਹੋ ਗਏ ਸੇਵਾ ਕਰਦੇ ਨੂੰ ਨਿਸ਼ਕਾਮਤਾ ਦੇ ਨਾਲ, ਤੇ ਮੰਗਿਆ ਕੁਛ ਨਹੀਂ। ਅਸੀਂ ਖੁਸ਼ ਬਹੁਤ ਹਾਂ ਤੇਰੇ ਤੇ, ਇਉਂ ਆਖਿਆ। ਮੰਗਿਆ ਕੁਛ ਨਹੀਂ, ਅਸੀਂ ਖੁਸ਼ ਹਾਂ ਬਹੁਤ। ਕੁਛ ਮੰਗ ਲਾ, ਪੱਲੇ ਬੰਨਣ ਵਾਲਾ ਵਚਨ ਹੈ ਤੁਹਾਡੇ ਸਾਰਿਆਂ ਦੇ ਆਪਣੇ। ਕੁਛ ਮੰਗ ਲਾ। 7 ਸਾਲ ਹੋ ਗਏ ਤੈਨੂੰ ਸੇਵਾ ਕਰਦੇ, ਮੰਗਿਆ ਕੁਛ ਵੀ ਨਹੀਂ। ਕੁਛ ਮੰਗ ਲਾ। ਕੀ ਆਖਿਆ? ਕਹਿੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਹਨੂੰ ਜਗਤ ਗੁਰੂ ਨਾਨਕ ਦੀ ਸੇਵਾ ਮਿਲ ਗਈ, ਐਡੇ ਵੱਡੇ ਗੁਰੂ ਦੀ ਸੇਵਾ ਮਿਲ ਗਈ, ਉਹਨੂੰ ਮੰਗਣ ਦੀ ਕੀ ਲੋੜ ਰਹਿ ਗਈ ਹੈ? ਮੰਗਣ ਦੀ ਕੀ ਲੋੜ ਹੈ? ਕੀ ਹੈ ਕਿ ਧੰਨ ਪੁਰਖਾ, ਧੰਨ ਆ ਤੇਰੀ ਕਮਾਈ। ਬਾਬਾ ਨੰਦ ਸਿੰਘ ਕਹਿੰਦੇ ਇਹੋ ਜਿਹੀ ਸੇਵਾ ਕਰੇ, ਸੇਵਾ ਕਰਦਾ ਰਾਜੀ ਜਾਵੇ। ਸੇਵਾ ਕਰਦਾ ਫਿਰ ਵੀ ਮੰਗਾ ਮੰਗੀ ਜਾਂਦਾ, ਭੁੱਖਾ। ਇਹ ਭੁੱਖ ਨਹੀਂ ਮਿਟਣੀ। ਸੇਵਾ ਕਰਦਾ ਰਾਜੀ ਜਾਏ। ਬਾਬਾ ਰਹਿਣਾ ਜੀ ਰਾਜੀ ਗਏ। ਕਹਿੰਦੇ ਜੀ ਗਰੀਬ ਨਵਾਜ, ਐਡੇ ਵੱਡੇ ਗੁਰੂ ਦੀ ਸੇਵਾ ਮਿਲ ਗਈ, ਮੰਗਣ ਦੀ ਕੀ ਲੋੜ ਹੈ? ਜਿਹਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਮਿਲ ਗਈ, ਉਹਨੂੰ ਮੰਗਣ ਦੀ ਕੀ ਲੋੜ ਹੈ? ਜੇ ਗੁਰੂ ਦੀ ਸੇਵਾ ਹੀ ਮਿਲ ਗਈ। ਗੁਰੂ ਆਪ ਸਮਰੱਥ ਹੈ। ਇਸ ਕਰਕੇ ਸਾਹ ਬੇਅੰਤ ਮਿਸਾਲਾਂ ਹਨ। ਸਤਿਗੁਰੂ ਜੀ ਇਹ ਇਮਤਿਹਾਨ ਕਰਦੇ ਹੀ ਰਹੇ। 7 ਸਾਲ ਬਾਬਾ ਲਹਿਣਾ ਜੀ ਤਾਂ ਇੱਕ ਦਿਨ ਦੀਵਾਨ 'ਚ ਬੈਠੇ ਸੀ, ਬਾਬਾ ਲਹਿਣਾ ਜੀ ਵੀ ਕੋਲੇ ਬੈਠੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਕੌਤਕ ਕੀਤਾ। 2 ਤਾਂਬੇ ਦੇ ਪੈਸੇ ਚੱਕ ਲਏ, ਤਲੀ ਤੇ ਰੱਖ ਲਏ, ਰੱਖ ਕੇ ਸੰਗਤਾਂ ਨੂੰ ਵਿਖਾਏ। ਮੁੱਠੀ ਬੰਦ ਕਰ ਲਈ। ਕਰਕੇ ਮੁੱਠੀ ਬੰਦ ਪੁੱਛਿਆ, ਭਾਈ ਸਾਧ ਸੰਗਤ, ਸਾਡੀ ਮੁੱਠੀ ਵਿੱਚ ਕੀ ਹੈ? ਕਹਿਣ ਲੱਗੇ ਜੀ 2 ਤਾਂਬੇ ਦੇ ਪੈਸੇ ਹੈ। ਸਤਿਗੁਰਾਂ ਨੇ ਮੁੱਠੀ ਖੋਲ ਲਈ। ਗੁਰੂ ਜੀ ਕਹਿੰਦੇ ਠੀਕ ਹੈ, 2 ਤਾਂਬੇ ਦੇ ਪੈਸੇ ਹੈ। ਹਜ਼ੂਰ ਨੇ ਦੂਜੀ ਮੁੱਠੀ ਵਿੱਚ ਉਹ ਤਾਂਬੇ ਦੇ ਪੈਸੇ ਪਾ ਲਏ, ਰੱਖ ਲਏ, ਤੇ ਮੁੱਠੀ ਬੰਦ ਕਰਕੇ ਗੁਰੂ ਜੀ ਕਹਿੰਦੇ ਹੁਣ ਦੱਸੋ ਹੁਣ ਕੀ ਹੈ? ਸਾਡੀ ਮੁੱਠੀ 'ਚ ਕੀ ਹੈ? ਕਹਿਣ ਲੱਗੇ ਜੀ ਹੁਣ ਹੋਰ ਕੀ ਹੋਣਾ? ਉਹੀ ਤਾਂਬੇ ਦੇ ਪੈਸੇ ਆ। 2 ਤਾਂਬੇ ਦੇ ਪੈਸੇ ਹੈ, 2। ਤੇ ਸੱਚੇ ਪਾਤਸ਼ਾਹ ਨੇ ਆਖਿਆ ਇਹ ਗੱਲ ਤੁਹਾਡੀ ਠੀਕ ਹੈ, ਦਿਮਾਗ ਆ ਨਾ ਡੋਡੀ। ਤੇ ਸਾਧ ਸੰਗਤ ਜੇ ਵੱਡਾ ਦਿਮਾਗ ਬਣਾਉਣਾ ਹੋਵੇ ਨਾ, ਅੰਮ੍ਰਿਤ ਛਕ ਕੇ ਨਿਤਨੇਮ ਕਰੇ। ਕਿਸੇ ਚੰਡੇ ਵੇ ਮਹਾਂਪੁਰਖ ਕਰਨੀ ਵਾਲੇ, ਕਮਾਈ ਵਾਲੇ ਦੇ ਸੰਗਤ ਕਰੇ, ਤੇ ਫਿਰ ਕੀ ਹੁੰਦਾ? ਨਾਮ ਦਾ ਰੰਗ ਚੜ੍ਹਦਾ। ਜਿੰਨਾ ਚਿਰ ਨਾਮ ਦਾ ਰੰਗ ਨਹੀਂ ਚੜ੍ਹਦਾ, ਉਹਨਾਂ ਚਿਰ ਤੁਹਾਡਾ ਦਿਮਾਗ ਵੱਡਾ ਨਹੀਂ ਬਣਦਾ। ਨਾਮ ਨੇ ਕਿਰਪਾ ਕਰਨੀ ਹੈ। ਇਸ ਕਰਕੇ ਜਿਸ ਕੇ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਹਜ਼ੂਰ ਕਈ ਥਾਈਂ ਬਚਨ ਪ੍ਰਮਾਣ ਕਰਦੇ, ਨਾਮ ਕੀ ਮਹਿਮਾ, ਨਾਮ ਦੀ ਮਹਿਮਾ। ਹੁਣ ਜੇ ਜਪਣਾ ਹੀ ਨਹੀਂਗਾ, ਸੁੱਤੇ ਪਏ ਰਹਿਣਾ, ਘਰਾੜੇ ਮਾਰਨੇ ਆ, ਮਹਿਮਾ ਤੇਰੀ ਕਿਵੇਂ ਹੋ ਜੂਗੀ? ਮਹਿਮਾ ਦਿੱਲੀ ਸਰਕਾਰ ਕਿੰਨੀ ਮਹਿਮਾ ਕਰੀ ਜਾਵੇ, ਪਰ ਨਹੀਂ ਹੋਣੀ। ਨਾਮ ਕੀ ਮਹਿਮਾ, ਕਿ ਸਰਕਾਰ ਕੀ ਮਹਿਮਾ, ਕਿ ਮਾਇਆ ਦੀ ਮਹਿਮਾ, ਕਿ ਲੋਕਾਂ ਦੀ ਮਹਿਮਾ ਨਾ। ਉੱਥੇ ਗੁਰੂ ਸਾਹਿਬ ਕਹਿੰਦੇ ਨਾਮ ਕੀ ਮਹਿਮਾ। ਜਿੰਨਾ ਚਿਰ ਨਾਮ ਜਪਦਾ ਨਹੀਂ, ਉਹਨਾਂ ਚਿਰ ਨਾਮ ਦੀ ਮਹਿਮਾ ਹਿਰਦੇ 'ਚ ਨਹੀਂ ਵਸਦੀ।
ਨਾਮ ਕੀ ਮਹਿਮਾ ਹਜੂਰ ਕਹਿੰਦੇ ਸੰਤ ਰਿਦ ਵਸੈ। ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ, ਜਿਹੜੇ ਜਪਦੇ ਜਿਨ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸਈ ਨਾਨਕਾ ਪੂਰਨ ਸੋਈ। ਸੰਤ ਨਾਮ ਕੀ ਮਹਿਮਾ, ਸੰਤ ਰਿਦ ਵਸੈ। ਹੁਣ ਗਾਂ ਵੇਖੋ ਗੁਰੂ ਸਾਹਿਬ ਫਰਮਾਉਂਦੇ, ਗੁਰੂ ਅਰਜਨ ਸਾਹਿਬ ਗੁਰੂ ਜੀ ਫਰਮਾਉਂਦੇ ਆ, ਕੋਈ ਅਖਬਾਰ ਦੀ ਗੱਲ ਨਹੀਂ ਹੈ ਇਹ। ਨਾਮ ਕੀ ਮਹਿਮਾ ਸੰਤ ਰਿਦ ਵਸੈ। ਸੰਤ ਪ੍ਰਤਾਪ, ਪ੍ਰਤਾਪ ਚੰਦ ਵੀ ਚੜ੍ਹਦਾ, ਚੰਦ ਦਾ ਕੋਈ ਪ੍ਰਤਾਪ ਨਹੀਂ। ਚੰਦ ਤੇ ਸਾਇੰਸ ਵਾਲੇ ਚਲੇ ਗਏ, ਚੰਦ ਬਾਹਲਾ ਠੰਡਾ, ਚਲੇ ਗਏ ਤੇ ਸਾਹ ਕੀ ਜਾ ਕੇ ਕਿਹਾ, ਕਹਿੰਦੇ ਚੰਦ ਮਿੱਟੀ ਹੈ, ਕਹਿੰਦੇ ਉੱਥੇ ਜਾ ਕੇ ਖੇਤੀ ਕਰ ਲਓ। ਚੰਦ ਨੂੰ ਮਿੱਟੀ ਆਖਿਆ ਕਿ ਉਹਦਾ ਪ੍ਰਤਾਪ ਹੈ ਨਹੀਂਗਾ। ਪ੍ਰਤਾਪ ਕਿ ਸੂਰਜ ਤੋਂ ਲਾਈਟ ਲੈਂਦਾ, ਉਹ ਸੂਰਜ ਤੋਂ ਮੰਗਦਾ। ਇਵੇਂ ਸਾਸਨ ਸੂਰਜ ਦਾ ਪ੍ਰਤਾਪ ਹੈ। ਪ੍ਰਤਾਪ ਤੇ ਸੂਰਜ ਕੋਲੇ ਕੋਈ ਜਾ ਨਹੀਂ ਸਕਦਾ। ਸੂਰਜ ਦੇ ਨਾਲ ਸਾਰੀ ਬਨਸਪਤੀ ਵੱਧਦੀ ਹੈ, ਫੁਰਨੇ ਵੱਧਦੇ ਆ, ਦੁਨੀਆ ਨੂੰ ਦਿਸਣ ਲੱਗ ਜਾਂਦਾ, ਦੁਨੀਆ ਨੂੰ ਦਿਸਣ ਲੱਗ ਜਾਂਦਾ। ਇਵੇਂ ਸੰਤ ਪ੍ਰਤਾਪ ਦੁਰਤ ਸਭ ਨਸੈ, ਦੁਰਤ ਬੁੱਧੀ ਭ੍ਰਿਸ਼ਟ। ਜਦੋਂ ਕਿਸੇ ਮਹਾਂਪੁਰਖ ਦੀ ਸੰਗਤ ਕਰੇਗਾ, ਦੁਰਤ ਸਭ ਨਸੈ, ਦੂਤ ਸਭ ਨਸੈ। ਇਉਂ ਆ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਧਰਮਰਾਜ ਦੇ ਜਮ, ਇਹ ਹੱਥ ਜੋੜ ਜਾਣਗੇ, ਤੇਰੇ ਲਵੇ ਨਹੀਂ ਲੱਗਦੇ। ਕੋਈ ਸੰਤ ਪ੍ਰਤਾਪੀ ਹੋਵੇ, ਬਾਬਾ ਨੰਦ ਸਿੰਘ ਵਰਗਾ, ਕਮਾਈ ਵਾਲਾ ਮਹਾਂਪੁਰਖ ਹੋਵੇ, ਪਰ ਕਮਾਈ ਗੁਰਮੁਖੋਂ ਕਰਨੀ ਪੈਂਦੀ ਹੈ। ਕੁਛ ਵੀ ਕਰੋ, ਪੈਸੇ ਬਣਾਉਣੇ ਆ, ਕਮਾਈ ਕਰਨੀ ਪਊ, ਕਮਾਈ ਕਰਨੀ ਪਊ। ਆਪਣੀ ਸੋਭਾ ਹੋਣੀ ਹੈ ਤਾਂ ਕਮਾਈ ਨਾ ਹੋਣੀ ਹੈ। ਨਾਮ ਕੀ ਸੋਭਾ ਸੰਤ ਰਿਦ ਵਸੈ। ਸੰਤ ਪ੍ਰਤਾਪ, ਸੰਤ ਬੜਾ ਹੋਇਆ ਜਿਹਦਾ ਪ੍ਰਤਾਪ ਹੀ ਨਹੀਂ ਹੈ। ਸੰਤ ਪ੍ਰਤਾਪ ਕਿੰਨਾ ਕੁ ਪ੍ਰਤਾਪ, ਕਹਿੰਦੇ 100 ਕੋਹ ਤੱਕ ਪ੍ਰਤਾਪ ਹੁੰਦਾ ਸਾਧੂ ਦਾ। 100 ਕੋ ਉਧਰ ਨੂੰ, 100 ਕੋ ਉਧਰ ਨੂੰ, 4 ਚੁਫੇਰੇ। ਜਦੋਂ ਬੰਦਾ ਘਰੋਂ ਤੁਰ ਪਏ, ਕਮਾਈ ਵਾਲਾ ਹੋਵੇ, ਕਹਿੰਦੇ ਕਾਲਜੇ ਨੂੰ ਠੰਡ ਪੈਣ ਲੱਗ ਜਾਂਦੀ ਜਦੋਂ ਮਹਾਂਪੁਰਖਾਂ ਵੱਲ ਤੁਰੇ। ਨਾਮ ਵਿੱਚ ਇੰਨੀ ਤਾਕਤ ਹੈ, ਜਿਨ੍ਹਾਂ ਨੇ ਨਾਮ ਜਪਿਆ ਤੇ ਜਪਣਾ, ਉਹਨਾਂ ਨਾਲ ਗੱਲ ਨਾਮ ਦੀ ਮੈਂ ਕਰ ਰਿਹਾ, ਕੋਈ ਵਡਿਆਈ ਨਹੀਂ ਮੈਂ ਕਰ ਰਿਹਾ, ਮੈਂ ਸੱਚੀ ਗੱਲ ਕਹਿ ਰਿਹਾ। ਇਸ ਕਰਕੇ ਨਾਮ ਕੀ ਮਹਿਮਾ ਸੰਤ ਰਿਦ ਵਸੈ। ਸੰਤ ਪ੍ਰਤਾਪ, ਪ੍ਰਤਾਪ ਵੀ ਕੋਈ ਚੀਜ਼ ਹੈ। ਦੁਰਤ ਸਭ ਨਸੈ, ਉਹਦੇ ਦੂਤ ਸਭ ਆਉਂਦੇ ਆਉਂਦੇ ਨਾ, ਧਰਮਰਾਜ ਕਹਿੰਦੇ ਜਾਓ ਪਕੜ ਲਿਆਓ। ਤੇ ਸੰਤਾਂ ਮਹਾਂਪੁਰਖਾਂ ਦਾ ਹੋਵੇ ਸੰਗੀ, ਗੁਰੂ ਰਾਮਦਾਸ ਨਾਲ ਜੁੜਿਆ ਹੋਵੇ। ਮਹਾਂਪੁਰਖ ਆਪਦੇ ਨਾਲ ਜੋੜਨ ਵਾਲੇ ਨਹੀਂ ਹੁੰਦੇ, ਮਹਾਂਪੁਰਖ ਟੁੱਟੀ ਰੂਹ ਨੂੰ ਨਾਮ ਨਾਲ ਜੋੜਨ ਵਾਲੇ ਹੁੰਦੇ, ਗੁਰੂ ਨਾਲ ਜੋੜਨ ਵਾਸਤੇ। ਸਾਡੀ ਡਿਊਟੀ, ਅਸੀਂ ਕੋਈ ਅਗਰਾਈ ਨਹੀਂ ਕਰਨ ਆਏ ਮਾਇਆ ਦੀ। ਸਾਨੂੰ ਕੋਈ ਗੱਲ ਨਹੀਂ ਹੈ ਵੀ ਅਸੀਂ ਆਪਦੇ ਨਾਲ ਜੋੜਨ ਨਹੀਂ ਆਏ, ਅਸੀਂ ਚੌਕੀਦਾਰਾ ਕਰਨ ਆਏ ਹਾਂ। ਵੀ ਡਰਦੇ ਆ ਵੀ ਤੁਸੀਂ ਗੁਰੂ ਰਾਮਦਾਸ ਨੂੰ ਛੱਡ ਕੇ ਨਾ ਕਿਸੇ ਮਾੜੇ ਮੋਟੇ ਕੱਚੇ ਪਿੱਲਿਆਂ ਕੋਲੇ ਮੈਂ ਸਮਾਂ ਬਰਬਾਦ ਨਾ ਕਰ ਲਿਓ। ਸਮਾਂ ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਧਿਆਈਏ ਤੇ ਕਾਰਜ ਆਵੇ। ਸਤਿਗੁਰ ਪੂਰਾ ਸੇਵੀ ਹੈ, ਤੁਹਾਡੇ ਕਾਰਜ ਸਾਰੇ ਰਾਸ ਆ ਜਾਣਗੇ। ਕਿਸੇ ਨੇ ਬਾਹਰ ਜਾਣਾ ਹੈ, ਕਿਸੇ ਨੇ ਕੋਈ ਚੀਜ਼ ਜਿਹੜੀ ਮੰਗਦੇ ਆ ਤੁਸੀਂ ਸਾਰੀ ਪੂਰੇ ਸਤਿਗੁਰ ਤੋਂ ਮਿਲਣੀ ਹੈ, ਪਰ ਕਮਾਈ ਕਰਨੀ ਪੈਣੀ ਹੈ। ਇਹ ਤੇ ਗੁਰੂ ਮਾਇਆ ਦਾ ਗਾਹਕ ਨਹੀਂ, ਗੁਰੂ ਪ੍ਰੇਮ ਦਾ ਗਾਹਕ ਹੈ। ਜਿਨ੍ਹਾਂ ਨੇ ਪ੍ਰੇਮ ਕੀਤਾ, ਹਜੂਰ ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਪੁਰਖਾ ਆ ਦੱਸ ਸਾਡੀ ਤਲੀ ਤੇ ਕੀ ਹੈ।
ਸਾਰੀ ਸੰਗਤ ਨੂੰ ਆਖਿਆ। ਸਾਰੀ ਸੰਗਤ ਨੇ ਆਖਿਆ ਜੀ ਤੁਹਾਡੀ ਮੁੱਠੀ ਦੇ ਵਿੱਚ 2 ਤਾਂਬੇ ਦੇ ਪੈਸੇ। ਤੀਜੀ ਵੇਰ ਆਖਿਆ, ਸੰਗਤ ਨੇ ਆਖਿਆ ਜੀ ਤਾਂਬੇ ਦੇ ਪੈਸੇ। ਸ੍ਰੀ ਚੰਦ ਕੋਲੇ ਬੈਠਾ, ਸ੍ਰੀ ਚੰਦ ਸਾਡੀ ਮੁੱਠੀ 'ਚ ਦੱਸ ਕੀ ਹੈ? ਕਹਿੰਦਾ ਦੀਵਾਨ ਤਾਂ ਬਹੁਤ ਲਾਉਂਦੇ ਤੁਸੀਂ, ਚੜਾਵੇ ਬਹੁਤ ਹੁੰਦਾ। ਮੈਂ ਤਾਂ ਪਹਿਲੀ ਵੇਰ 2 ਤਾਂਬੇ ਦੇ ਪੈਸੇ ਵੇਖਿਆ, ਪੈਸੇ ਵੇਖੇ ਤਾਂਬੇ ਦੇ 2, ਅੱਗੇ ਕੁਛ ਵੇਖਿਆ ਹੀ ਨਹੀਂ ਤੇਰੇ ਕੋਲੇ। ਇਹ ਵੀ ਗੱਲ ਕਹੀ ਗਾਂਹ ਕਰਤੀ, ਅੱਗੇ ਤੇਰੀ ਮੁੱਠੀ 'ਚ ਕੁਛ ਨਹੀਂ, ਮੈਂ ਪਹਿਲੀ ਵੇਖਿਆ 2 ਤਾਂਬੇ ਦੇ ਪੈਸੇ ਹੀ ਆ। ਇਉਂ ਆਖਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਮੁੱਠੀ ਖੋਲ ਲਈ, ਸੱਜੀ ਤਲੀ ਤੇ 2 ਤਾਂਬੇ ਦੇ ਪੈਸੇ ਫੇਰ ਆ ਕੇ ਮੁੱਠੀ ਬੰਦ ਕਰ। ਗੁਰੂ ਜੀ ਕਹਿੰਦੇ ਇਹ ਲੈ ਹੁਣ ਦੱਸੋ ਬਈ। ਉਹਨਾਂ ਵਿੱਚੋਂ ਉੱਠੇ ਬਾਬਾ ਲਹਿਣਾ ਜੀ, ਨਾਮ ਦਾ ਰੰਗ ਨਾਮ ਕੀ ਮਹਿਮਾ, ਸੰਤ ਰਿੱਧ ਵਸੈ। ਤੇ ਕੀ ਆਖਿਆ ਫਿਰ? ਬਾਬਾ ਲਹਿਣਾ ਜੀ ਕਹਿੰਦੇ ਪਾਤਸ਼ਾਹ ਤੁਹਾਡੀ ਮੁੱਠੀ 'ਚ ਹੈ ਹੀ ਕਈ ਨਹੀਂ, ਤੁਹਾਡੀ ਮੁੱਠੀ ਵਿੱਚ ਜੰਮਣਾ ਮਰਨਾ ਬੰਦੇ ਦੀ ਰੋਜੀ ਤੁਹਾਡੀ ਮੁੱਠੀ ਵਿੱਚ ਹੈ। ਜੇ ਹਜੂਰ ਮਾੜੀ ਜਿਹੀ ਮੁੱਠੀ ਘੁੱਟ ਦੇਵੋ ਸਾਰੀ ਦੁਨੀਆ ਦਾ ਸਾਹ ਬੰਦ ਹੋ ਸਕਦਾ। ਆ ਹੋ ਗਿਆ ਸੀ ਨਾ ਬੰਦ ਪਿੱਛੇ ਜੇ ਸਾਹ ਸਾਰਿਆਂ ਦਾ, ਕਰੋਨੇ ਦੀ ਬਿਮਾਰੀ ਦੇ ਨਾਲ ਸਾਰਿਆਂ ਦਾ। ਇੱਥੇ ਸਾਡੇ ਕੋਲ ਸਟੇਜ ਤੇ ਦੀਵਾਨ 'ਚ ਬੈਠੇ ਆ, ਹਜੂਰ ਦੀ ਮਿਹਰ, ਜਿਨ੍ਹਾਂ ਦਾ ਸਾਹ ਬੰਦ ਹੋ ਗਿਆ ਸੀ, ਸਿਲੰਡਰ ਨਾ ਚੱਲਦੇ ਸੀ। ਓਟ ਲਿਓ ਨਰੈਣ ਦੀਨ ਦੁਨੀਆ ਝੱਲੈ, ਨਾਨਕ ਪਕੜੇ ਚਰਨ। ਜਿਨ੍ਹਾਂ ਨੇ ਕਰੋਨੇ ਵਿੱਚ ਗੁਰੂ ਨਾਨਕ ਦੇ ਚਰਨ ਫੜ ਲਏ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗੀ ਸਾਸ ਨੂੰ। ਤੱਤੀ ਵਾਹ ਸਿਲੰਡਰਾਂ ਤੇ ਚੱਲਦੇ ਸੀ ਤੇ ਇੱਥੇ ਸਾਡੇ ਕੋਲ ਬੈਠੇ ਆ, ਸੇਵਾ ਵਿੱਚ ਲੱਗੇ ਹੋਏ ਆ, ਕਈਆਂ ਨੇ ਚੋਲੇ ਪਾ ਲਏ ਆ। ਗੁਰੂ ਦੀ ਮਿਹਰ ਹੋ ਗਈ ਹੈ ਸੱਚੇ ਪਾਤਸ਼ਾਹ। ਇਸ ਕਰਕੇ ਸਾਧ ਸੰਗਤ ਜਦੋਂ ਲਿਵ ਲੱਗਦੀ ਹੈ ਉਦੋਂ ਪਾਪ ਦੂਰ ਹੁੰਦੇ ਆ, ਜਦੋਂ ਲਿਵ ਟੁੱਟਦੀ ਆ ਉਦੋਂ ਪਾਪ ਬਣਦੇ ਆ, ਪਾਪ ਬਣਦੇ ਆ। ਸਤਿਗੁਰ ਕਹਿੰਦੇ ਇਹ ਲੈ ਹੁਣ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ? ਉਹਦੇ 'ਚ ਕੌਣ ਉੱਠਿਆ ਫਿਰ? ਬਾਬਾ ਲਹਿਣਾ ਜੀ ਉੱਠੇ, ਗਲ 'ਚ ਪਰਨਾ ਪਾਇਆ, ਸਨਮੁਖ ਹੋਏ ਸਾਹਮਣੇ। ਪਹਿਲਾਂ ਮੱਥਾ ਟੇਕਿਆ, ਸਤਿਕਾਰ ਕੀਤਾ। ਮੱਥਾ ਟੇਕ ਕੇ ਆਖਿਆ ਜੀ ਗਰੀਬ ਨਮਾਜ਼ ਤੁਹਾਡੀ ਮੁੱਠੀ ਵਿੱਚ ਕੀ ਨਹੀਂ ਹੈ? ਜੰਮਣਾ ਮਰਨਾ ਬੰਦੇ ਦੀ ਰੋਜੀ। ਇਹ ਗੱਲ ਪੱਕੀ ਮੰਨ ਲਿਓ ਤੁਸੀਂ, ਅੱਜ ਵੀ। ਇਹ ਨਾ ਕਿਉਂ ਮੈਂ ਸਾਖੀ ਕਰ ਰਿਹਾ, ਸਿੱਖਿਆ ਹੈ, ਸਿਖਿਆਤ ਹੈ। ਇਸ ਕਰਕੇ ਸਾਧ ਸੰਗਤ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਵੇ, ਹੋਇਆ ਨਹੀਂ ਆਖਿਆ ਹੋਇਆ ਨਾ, ਹੁਣ ਵੀ ਗੁਰਮੁਖ ਹੋਵੇ ਤਾਂ ਭਾਉ ਕਰੇ, ਆਪਣਾ ਆਪ ਪਛਾਨੈ। ਗੁਰਮੁਖ ਹੋਵੇ ਤਾਂ ਭਾਉ ਕਰੇ, ਸਾਖੀ ਦਾ ਭਾਉ ਕਰੇ, ਮਨ ਤੇ ਅਸਰ ਕਰੇ। ਇਉਂ ਆਖਿਆ ਸੱਚੇ ਪਾਤਸ਼ਾਹ ਤੁਹਾਡੀ ਮੁੱਠੀ 'ਚ ਕੀ ਨਹੀਂ? ਜੇ ਤੁਸੀਂ ਮਾੜੀ ਜਿਹੀ ਮੁੱਠੀ ਘੁੱਟ ਲਵੋ ਸਾਰੀ ਦੁਨੀਆ ਦਾ ਸਾਹ ਬੰਦ ਹੋ ਸਕਦਾ। ਇਉਂ ਆਖਿਆ। ਤੇ ਜੇ ਮਾੜੀ ਮੁੱਠੀ ਖੋਲ ਦਿਓ ਸਾਰੀ ਦੁਨੀਆ ਨੂੰ ਸਾਹ ਆਉਣ ਲੱਗ ਸਕਦਾ, ਸਾਹ ਆਉਣ ਲੱਗ ਸਕਦਾ। 15 ਬੰਦੇ ਮਰੇ ਵੇ 20 ਬੰਦਿਆਂ ਦੇ ਸ਼ਿਸ਼ਕਾਰ ਇਕੱਠੇ ਹੁੰਦੇ ਸੀ। ਇਕੱਠੇ ਬੇਅੰਤ ਸੰਗਤਾਂ ਨੇ ਆਣ ਕੇ, ਪਿੰਡਾਂ ਦੀਆਂ ਸੰਗਤਾਂ ਨੇ ਬੇਨਤੀਆਂ ਕੀਤੀਆਂ ਤੇ ਸਾਧ ਸੰਗਤ ਹਜੂਰ ਦੀ ਮਿਹਰ ਦਾ ਸਦਕਾ 1500 ਖੰਡ ਪਾਠ ਹਜੂਰ ਨੇ, ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਦੀ ਮਿਹਰ ਦਾ ਸਦਕਾ। ਜੀਵ ਕੁਛ ਨਹੀਂ ਕਰ ਸਕਦਾ, ਆਪਣਾ ਤਾਂ ਉਦਮ ਹੀ ਹੈ ਚੌਕੀਦਾਰ ਦਾ, ਉਹਦੀ ਮਿਹਰ ਦੇ ਨਾਲ ਹੈ। ਇਸ ਕਰਕੇ 1500 ਖੰਡ ਪਾਠ ਹੋਇਆ ਤੇ ਸਾਸਾ ਜੀ ਬਾਬਾ ਜੀ ਦੀ ਮਿਹਰ ਹੈ ਸਾਰੀ ਸੰਗਤ ਤੇ, ਗੁਰੂ ਦੀ ਕਿਰਪਾ ਹੈ। ਹੁਣ ਇੱਧਰੋਂ ਜਾਂਦੀ ਸੀ ਸੰਗਤ, ਆ ਜਿਹਨੂੰ ਬੁਖਾਰ ਜਿਹਾ ਕਹਿੰਦੇ ਆ, ਖਨੀ ਡੋਮਣਾ ਬੁਖਾਰ, ਖਨੀ ਸਾਧ ਸੰਗਤ
ਤੇ ਮੈਂ कोई गल नहीं, बाबा की मेहर चाहिए है, गुरु रामदास कृपा करेंगे, अरदास करो गुरु रामदास कोले। दीवान शुरू है, दीवान च बैठो आन के, इस करके गुरु मेहर कर देंगे। सरदा ना बैठो भावना दी नाल, ते फिर वेखो गुरु साहब की करते हैं। जमना मरना बंदे दी रोजी गुरु की मुट्ठी च है। ये बुखार बखूर सब कुछ गुरु की मुट्ठी च है। मैं बेअंत तुहानूं मिसालां दे सकदा इस घर दियां। इस करके सच्चे पातशाह कहंदे पुरखा तू धन है, इउं आख्या, तू साडी रमज नूं पा गया। सारे कहंदे दो तांबे दे पैसे, पर एक बाबा लहणा जी ने आखे गरीब नवाज, तुहाडी मुट्ठी विच जे तुसीं माड़ी जी मुट्ठी कुट लो, सारी दुनिया नूं साह बंद हो सकदा। जे तुसीं मुट्ठी खोल दिओ है गल ठीक, दुनिया सारी नूं साह आउण लग सकदा। इउं मोहर लाई, अनेकां परचियां विचों पास हुंदे गए, तां गुरगद्दी दे मालक बने। अज गुरगद्दी दा दिहाड़ा है, इस करके सच्चे पातशाह ने किरपा कीती। बाबा लहणा जी नूं इशनान पानी करवा के तख्त पोस ते बिठा के 5 परिक्रमा करके गुरु महाराज जी ने, सच्चे पातशाह ने ते 5 परिक्रमा करके 5 पैसे नारियल मत्था टेकिया। सच्चे पातशाह जी ने बाबा लहणा जी नूं, इदों पहलां बहुत मिसालां हन। सतगुर कहंदे पुरखा घरे चले आई जा, तेरी सेवा प्रवान हो गई है। बाबा लहणा जी ने आखे घरे चले आ जा, तेरी सेवा प्रवान हो गई है। कहने लगे जी घरे जाके की करूं, वेला की करूं, हुण मैं तुहाडी सेवा विच लग्या होया हाँ, लग्या होया। ते तुसीं बचन करिया सी पुरखा तेरा नाम लहणा, तू लग जा सेवा, सब कुछ दे देना, इउं आख्या। ते सतगुर सच्चे पातशाह कहंदे पुरखा नहीं, 7 साल तू वचन मनदा आया, भी अज पता नहीं की हो गया, तू साडा वचन मान, तू ऐं कर अपने घरे चले आई जा। लाट की आख्या, कहंदे पातशाह जदों आया ना 7 साल हो गए, उदों बच्चे छोटे सीगे, बच्चे छोटे, दुकान बंद हो गई सी, घरे गरीबी आ गई सी। हुण बच्चे हो गए जवान, ते दुकान लई खोल, रगजार चल पिया, काम चल पिया उन्हां दा। ते जदों समा सी उदों तुसीं कहंदे पुरखा तू ना जा, घर दे लैण आउंदे सी उह टाइम ते हुण तुसीं कहने तू चले आ जा। हुण जे गया तो घर ने डांग कढ़ लैनी है भी हुण की लैण आया। हुण गुरु साहब कहंदे पुरखा नहीं, बचन मन्नी दा हुंदा है, अगे इन्ने बचन मन्ने, तू घरे चले आ जा। सन्मुख होके लम्मे पै के मत्था टेकिया गुरु महाराज दे मूहरे, ते की आख्या सच्चे पातशाह नथावे नूं कोई थां नहीं है। जदों गल आखी ना तैनूं छड्ड के किधर नूं जावां, तेरे वर्गा पल्ले बन्नण वाले वचन ने अपने आपां भी कर गए हूँ। गुरु रामदास पातशाह नूं छड्ड के इत्थे रहण वाले तैनूं छड्ड के किधर नूं जावां, तेरे वर्गा कोई भी नहीं है, तेरे वर्गा है ही कोई नहीं। इउं आख्या बाबा लहणा जी ने, तेरे वर्गा कोई नहीं है। सच्चे पातशाह गरीब नवाज जे तेरे वर्गा है तो उंगल कर, उधर नूं जाण नूं तैयार है, ते नाले नाल ही कहदा भी तेरे वर्गा है ही कोई नहीं। एको कहिया नानका दूजा काहे को, दूजा काहे सिमरिया जम्मे ते मर जाई। एको सिमरो
ਪੱਲੇ ਬੰਨ੍ਹਣਾ ਵਚਨ ਹੈ ਤੁਹਾਡੀ। ਏਕੋ ਸਿਵਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ। ਇਹ ਸਭ ਝੂਠ ਮਾਰਦੇ ਆ, ਕਈ ਕੱਚੇ ਬਿੱਲੇ ਕੰਨਾਂ 'ਚ ਫੂਕਾ ਮਾਰਦੇ ਆ, ਕਹਿੰਦੇ ਤੂੰ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ ਤੈਨੂੰ, ਆ ਜਾ ਮੈਂ ਗੁਰੂ ਬਣ ਜਾਣਾ ਤੇਰਾ, ਤੇ ਮੈਂ ਤੇਰੇ 4 ਜਨਮ ਦੇ, ਤੇਰੇ ਸਾਧ ਸੰਗਤ 4 ਜਨਮ ਦੇ ਪਾਪ ਖਤਮ ਕਰ। ਇਹ ਸਭ ਝੂਠ ਮਾਰਦੇ ਆ, ਝੂਠ ਮਾਰਦੇ ਸੀ। ਤੇ ਹਰਿਆਣੇ 'ਚ ਦੀਵਾਨ ਲਾਏ, ਇੱਕ ਪਰਿਵਾਰ ਆ ਗਿਆ, ਉਹ ਕਹਿੰਦੇ ਬਾਬਾ ਜੀ ਬੱਚਾ ਨਹੀਂ ਹੈ ਸਾਡੇ। ਮੈਂ ਕਿਹਾ ਤੁਸੀਂ ਗੁਰੂ ਧਾਰਨ ਕਰੋ। ਕਹਿੰਦੇ ਗੁਰੂ ਤਾਂ ਧਾਰਨ ਕੀਤੇ ਕਈ, 5 ਗੁਰੂ ਧਾਰਨ ਕੀਤੇ, ਪਰ ਬੱਚਾ ਨਹੀਂ ਹੋਇਆ। ਮਾਂ ਗੁਰੂ ਨੂੰ ਛੱਡੀਦਾ ਨਹੀਂ ਹੁੰਦਾ, ਜੇ ਗੁਰੂ ਧਾਰਨ ਕਰ ਲਈਏ। ਥਾਂ ਥਾਂ ਦਰ ਦਰ ਦਾ ਭੜਕਣਾ ਛੱਡ ਦੇ, ਇੱਕ ਦਰਦਾ ਬਣ ਕੇ ਬਹਿ ਜਾ। ਉਹ ਕਹਿੰਦੇ ਜੀ ਜਿਹੜਾ ਪਹਿਲਾ ਗੁਰੂ ਸੀ, ਪਹਿਲਾ ਗੁਰੂ, ਉਹ ਮੁੜ ਕੇ ਇੱਥੇ ਆਇਆ ਨਹੀਂ, ਹਾਲਾਤ ਖਰਾਬ ਸੀ, ਉਹ ਡੇਰੇ 'ਚ ਡਰਦਾ ਚਲਿਆ ਗਿਆ। ਫਿਰ ਦੂਜਾ ਗੁਰੂ ਧਾਰਿਆ, ਉਹ ਸੁਰਗਵਾਸ ਹੋ ਗਿਆ, ਗੁਜ਼ਰ ਗਿਆ, ਮਰ ਗਿਆ। ਜਿਹੜਾ ਤੀਜਾ ਗੁਰੂ ਧਾਰਿਆ, ਉਹਨੂੰ ਸਿੰਘਾਂ ਨੇ ਸੋਧਾ ਲਾਤਾ, ਮਾਰਿਆ ਗਿਆ। ਪਤਾ ਨਹੀਂ ਕੀ ਕਮੀਆਂ ਸੀ ਉਹਨਾਂ ਲੋਕਾਂ 'ਚ, ਇਉਂ ਆਖਿਆ। ਹੁਣ ਗੁਰੂ ਧਾਰਿਆ ਤੇ ਮਹਾਰਾਜ ਉਹ ਵੀ ਬਿਮਾਰ ਜਿਹੀ ਹੈ, ਮਰਨ ਵਾਲਾ ਉਹ ਪਿਆ। ਮੈਂ ਹੁਣ ਫਿਰ ਹੁਣ ਕੀ ਕਰਨਾ? ਕਹਿੰਦੇ ਹੁਣ ਤੈਨੂੰ ਗੁਰੂ ਧਾਰਨਾ। ਮੈਂ ਤੁਹਾਡੇ ਮੂਹਰੇ ਹੱਥ ਜੋੜਦਾ, ਜਿਹਨੂੰ ਗੁਰੂ ਧਾਰਦੇ ਉਹਦਾ ਬਿਸਲ ਵੱਜ ਜਾਂਦਾ, ਉਹ ਮਰ ਜਾਂਦਾ। ਮੈਂ ਤਾਂ ਹਜੇ ਜਿਉਣਾ ਹੈ, ਮੈਂ ਤਾਂ ਅੰਮ੍ਰਿਤ ਛਕਾਉਣਾ, ਨਾਮ ਜਪਾਉਣਾ, ਸਿੱਖੀ ਦਾ ਪ੍ਰਚਾਰ ਕਰਨਾ। ਮੇਰੇ ਬੱਧੇ ਹੱਥ ਮੈਂ ਨਹੀਂ ਤੁਹਾਡਾ ਗੁਰੂ ਬਣਨਾ। ਕਹਿੰਦੇ ਫਿਰ ਆਏ ਆ ਆਸਾਬੰਦ ਹੋ ਕੇ, ਮੈਂ ਜੇ ਗੁਰੂ ਧਾਰਨਾ ਤੇ ਨਾ ਉਹ ਮਰੈ ਨਾ ਹੋਵੈ ਸੋਗ। ਕਲਗੀਧਰ ਦੀ ਮੋਹਰ ਲਾਓ, ਮੱਸਿਆ ਤੇ ਬੱਧਣੀ ਆਓ, ਅੰਬਰ ਛਕੋ, ਜਾਂ ਸ੍ਰੀ ਅੰਮ੍ਰਿਤਸਰ ਅਕਾਲ ਤਖ਼ਤ ਤੇ ਛਕ ਲਓ ਜਾ ਕੇ। ਅੰਬਰ ਛਕੋ, ਗੁਰੂ ਵਾਲੇ ਬਣੋ। ਤੇ ਨਾ ਗੁਰੂ ਬੈਠਾ ਸਾਡਾ, ਆਨੰਦਪੁਰ ਦਾ ਘੇਰਾ ਤੋੜਿਆ, ਕੀਰਤਪੁਰ ਦਾ ਘੇਰਾ ਤੋੜਿਆ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ। ਤੇ ਐਵੇਂ ਪਿਤਾ ਨਹੀਂ ਖਵਾਇਆ ਜਾਂਦਾ, ਕਮਾਈ ਦੇ ਨਾਲ ਸਾਨੂੰ ਪਾਲਣ ਵਾਲਾ ਹੈ ਉਹ। ਤੇ ਸੱਚੇ ਪਾਤਸ਼ਾਹ ਨੇ ਗੜੀ ਚਮਕੌਰ ਦਾ ਘੇਰਾ ਤੋੜਿਆ, ਬੇਅੰਤ ਘੇਰੇ ਤੋੜੇ, ਮੁਕਤਸਰ ਦਾ ਘੇਰਾ ਤੋੜਿਆ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਘੇਰੇ ਤੋੜਦੇ ਤੋੜਦੇ ਅੱਜ ਤੁਹਾਡਾ ਪਿਤਾ, ਮੇਰਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਹਜ਼ੂਰ ਸਾਹਿਬ ਸੱਚਖੰਡ ਵਿੱਚ ਬੈਠਾ। ਜਾ ਕੇ ਦਰਸ਼ਨ ਕਰ ਲਓ, ਸੱਚਖੰਡ ਵਿੱਚ ਬੈਠਾ ਸਾਡਾ ਗੁਰੂ। ਇੰਨੇ ਘੇਰੇ ਤੋੜੇ, ਜੇ ਕਿਤੇ ਤੁਹਾਨੂੰ ਕੋਈ ਘੇਰਾ ਪੈ ਜੇ, ਜਾਂ ਜਮਦੂਤਾਂ ਦਾ ਘੇਰਾ ਪੈ ਜੇ, ਜਾਂ ਦੁਸ਼ਮਣ ਦਾ ਘੇਰਾ ਪੈ ਜੇ, ਤੁਹਾਡੇ ਗੁਰੂ ਨੂੰ ਯਾਦ ਕਰਨ ਵਿੱਚ ਡੇਰ ਹੈ। ਕਲਗੀਆਂ ਵਾਲੇ ਦੇ ਪਹੁੰਚਣ ਵਿੱਚ ਖਾਲਸਾ ਜੀ ਕੋਈ ਡੇਰ ਨਹੀਂ ਹੈ। ਪਰ ਬੇਸੜੇ ਨਹੀਂ ਹੋਣ ਦੀ ਲੋੜ ਬਈ ਕਲਗੀਆਂ ਵਾਲਾ ਚਲਿਆ ਗਿਆ। ਨਹੀਂ, ਇਹ ਗੱਲ ਨਾ ਸੋਚਿਓ, ਜਿੱਥੋਂ ਦੀ ਕੀਰਾਂ ਸ਼ੇਰ ਲੰਘ ਗਿਆ ਨਾ, ਸ਼ੇਰ ਉੱਥੋਂ ਦੀ ਬੇਬੀ ਲੰਘਦਾ ਹੁੰਦਾ। ਇਸ ਕਰਕੇ ਕਲਗੀਧਰ ਪਾਤਸ਼ਾਹ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਜ਼ਰੂਰ ਛਕਿਓ, ਐਵੇਂ ਨਾ ਖਾਲੀ ਨਾ ਰਹੋ, ਐਵੇਂ ਸਮਾਂ ਖਰਾਬ ਹੋ ਜਾਂਦਾ। ਜੇ ਨਾ ਛਕੇ ਸਮਾਂ ਖਰਾਬ ਹੈ। ਇੱਥੇ ਕਈ ਅੱਜ ਵੀ ਭੁਗਤੇ ਸੀ, ਇਹ ਮੁੰਡੇ ਦੀ ਲੋੜ, ਅੱਗੇ ਵੀ ਆਏ ਪਰ ਵੀ ਆਏ ਸੀ। ਮੈਂ ਤਾਂ ਅੰਮ੍ਰਿਤ ਛਕਣ ਨੂੰ ਕਿਹਾ ਸੀ, ਢਿੱਲੇ ਜਿਹੇ ਹੋ ਗਏ। ਮੈਂ ਛਕ ਲਓ, ਹਜੇ ਟਾਈਮ ਹੈਗਾ। ਫਿਰ ਅਰਦਾਸ ਜਾਊ, ਤੁਸੀਂ ਗੁਰੂ ਨੂੰ ਬਾਂਹ ਫੜਾਓ, ਸਤਿਗੁਰ ਪੂਰਾ ਫਿਰ ਕਿਰਪਾ ਕਰੇਗਾ। ਇਹ ਪੂਰਾ ਸਤਿਗੁਰ ਆ, ਹੁਣ ਸਾਨੂੰ ਸਮਾਂ ਮਿਲਿਆ ਹੈ। ਇਸ ਕਰਕੇ ਸਾਧ ਸੰਗਤ ਵੱਡੇ ਭਾਗਾਂ ਨਾਲ ਇਹ ਆਪਾਂ ਨੂੰ ਸਮਾਂ ਮਿਲਿਆ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਆਖਿਆ, ਪਾਤਸ਼ਾਹ ਤੈਨੂੰ ਛੱਡ ਕੇ ਕਿੱਧਰ ਨੂੰ ਜਾਵਾਂ?
तेरे वर्गा है ही कोई नहीं, तेरे वर्गा नहीं कोई है, तैनूं छड्ड के किधर नूं जावां। जदों इन्नी गल कही ना, गुरु नानक साहब ने बैठिया ने दोने हथ जोड़ के बाबे लहणे नूं मत्था टेकता। बाबे लहणे ने आख्या सच्चे पातशाह उल्टी गंगा, मैं तो घरों गनाह बिछाउण आया, सेवा करने वास्ते आया, तो तुसीं हथ जोड़ के मैनू मत्था टेकदी है। कहंदे पुरखा तू कहना मैं नथावां, घर दे चलदे नहीं ते तू कढ़दा इथों, मैं नथावां नहीं नहीं। गुरु साहब कहते नथावां तां मैं सी, गुरु नानक साहब कहते मैं सोचदा सी भी अपनी जोत नूं कित्थे रखां। कहते ना तेरे पैरां नूं, ना तेरे शरीर नूं, ना तैनूं मत्था टेकिया। गुरु जी कहते मैं तो अपने घर नूं मत्था टेकिया, जेड़ा तेरा हिरदा मेरा घर बन गया। जेड़ा तेरा हिरदा जन का चरण बसा, मेरे हीयर है ना मैं संग पनीता देही, जन की धूड़ देहो कृपा निध, नानक कह सौखे ही। हजूर ने मोहर लाई, इवें कृपा कीती। जद कृपा हुंदी पाप ब्रह्म दी, उदों मिलदा साधु संग, साधु का संग मिलता। साधु का अर्थ बनता सधाई, यानी जीव आए नूं साधु साध देना, ਉਹਦੇ पापां नूं सधाई कर देनी, सिक्खी देनी, सिक्ख्या देनी। सिक्खी सिक्ख्या गुरु विचार साध नाम निर्मल, ताकि कर्म सब ते ऊचता की शोभा बनी, नानक यह गुण नाम सुख मानी। इत्थे 12 वजे भोग पैंदा है, हर रोज़ समाप्ति हुंदी जानी, तो इस करके साध संगत उत्थे ठाठ दे विच जाईदा है। 12:30 वजे 1 वजे नूं पहुँच जाईदा। उस तो बाद 3 वजे इशनान करके गुरु ग्रंथ साहब प्रकाश करीदी है, भोग लवाई दा, हुक्मनामा लैने हैं। दास कला नहीं हुंदा। आ जिन्नी मंडली बैठी है ना, बैंगम बैठी है, इन्हां सारिਆਂ ने हुण अंमृत वेले 3 वजे उठना है। उठ के सारिਆਂ ने कीर्तन करना, निक्कियां वड्डियां ने सारिਆਂ ने। ये टकसाल है, घड़ी है शब्द सच्ची टकसाल। जिनको नदर करम तनकार, नानक नदरी नदर निहाल। तां मेहर हुंदी है, नाम की महिमा तां जे नाम जपांगे। इस करके हजूर ने मेहर की है, बेअंत मिसालां। बाबा लहणा जी नूं हथ जोड़ के मत्था टेकिया, आख्या मैं अपने घर नूं मत्था टेकिया, तेरा हिरदा मेरा घर बन गया। सतगुर करतारपुर गुरगद्दी दिती, 5 परिक्रमा करके सच्चे पातशाह जी ने कृपा की। ते फिर की आख्या पुरखा खंडूर साहब चले आई जा, उत्थे बंदगी कर। कोई लिफाफिया ना माया ना प्रगट नहीं होए, उत्थे बंदगी दे नाल गुरु अंगद साहब का पता लगन लग्या। संगतियां नूं बाबा बुढ़ा जी तो पता लग्या, होर सतपुरखां तो पता लग्या। इस करके बड़े कर्मां नाल समा मिलिया आपां नूं। माई पाई अति वड्डे भागां वाले हन, बेअंती मिसालां हन। भरमां दे विचों वहिमां दे विचों निकलो। हुण आपां नूं समा मिलिया होया है। सतगुरु नानक सच्चे पातशाह ने कृपा की है, गुरु रामदास पातशाह जी ने अपने ते। इस करके आपां नूं समा मिलिया। माई भाई बड़े भागां वाले अंमृत वेले उठिया करो, उठ के इशनान करिया करो, फिर नितनेम करिया करो। सच्चे पातशाह गुरु महाराज दर्शन करिया करो, दर्शन करिया करो। गुरु साहब की सेवा, गुरु नानक की सेवा बाबा लहणा जी ने 7 साल की, ते मिलिया कि
ਸੇਵਾ ਕੀਤੀ, ਰਮਜ ਨੂੰ ਪਾਇਆ, ਗੁਰੂ ਦੀ ਰਮਜ ਨੂੰ ਪਾਇਆ ਤੇ ਸੱਚੇ ਪਾਤਸ਼ਾਹ ਦੇ ਨੇੜੇ ਹੁੰਦੇ ਗਏ ਤੇ ਕੀ ਬਣ ਗਏ ਫਿਰ? ਗੁਰੂ ਦਾ ਰੂਪ ਹੀ ਬਣ ਗਏ ਸਾਧ ਸੰਗਤ। ਗੁਰੂ ਦੇ ਬਚਨ ਆਪੋ ਸੰਤ ਪਿਆਰਿਓ, ਇਕੱਠ ਕੀ ਕਰੋ ਕਹਾਣੀ, ਕਰੋ ਕਹਾਣੀ ਇਕੱਠ ਕੇਰੀ ਕਿਤ ਦੁਆਰਾ ਪਾਈਐ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੀਏ ਪਾਈਐ। ਇਉਂ ਮੋਹਰ ਲਾਈ ਪਾਤਸ਼ਾਹ ਜੀ ਨੇ। ਉੱਥੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਲਾਹੌਰ ਆਏ ਆ, ਉੱਥੇ ਦੁਨੀ ਚੰਦ ਆਇਆ। ਜੰਗਲ ਵਿੱਚ ਬੈਠੇ ਸੀ ਪਾਤਸ਼ਾਹ, ਸੇਠ ਦੁਨੀ ਚੰਦ। ਤੇ ਦੁਨੀ ਚੰਦ ਨੇ ਆਖਿਆ, ਗੁਰੂ ਜੀ ਤੁਸੀਂ ਜੰਗਲ ਵਿੱਚ ਬੈਠੇ, ਪ੍ਰਸ਼ਾਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਗੁਰੂ ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ, ਸਾਡਾ ਅਕਾਲ ਪੁਰਖ ਨੂੰ ਫਿਕਰ ਹੈ। ਆਪਾਂ ਪਾਰਟੀਆਂ 'ਚ ਪੈ ਗਏ, ਆਪਾਂ ਕਹਿੰਦੇ ਫਲਾਣੇ ਦਾ ਬੰਦਾ, ਮੈਂ ਫਲਾਣੇ ਦਾ ਬੰਦਾ, ਫਲਾਣੇ ਦਾ ਬੰਦਾ, ਇਲੈਕਸ਼ਨ ਹੈ, ਵੋਟਾਂ ਹੈ, ਮੈਂ ਫਲਾਣੇ ਦਾ ਬੰਦਾ। ਪਰ ਨਹੀਂ, ਆਪਣੇ ਵਿੱਚ ਜੋਤ ਅਕਾਲ ਪੁਰਖ ਨੇ ਰੱਖੀ ਹੈ, ਭੁੱਲਣਾ ਨਹੀਂ ਚਾਹੀਦਾ। ਆਪਾਂ ਅਸਲੀ ਅਕਾਲ ਪੁਰਖ ਦੇ ਬੰਦੇ ਹਾਂ। ਇੱਕ ਦੋ ਚਾਰ ਵਾਰੀ ਦਿਹਾੜੀ 'ਚ ਕਹਿਣਾ ਚਾਹੀਦਾ ਹੈ, ਹੇ ਅਕਾਲ ਪੁਰਖ ਮਿਹਰ ਕਰ, ਅਸੀਂ ਤੇਰੇ ਬੰਦੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਆਪਾਂ ਅਕਾਲ ਪੁਰਖ ਦੇ ਬੰਦੇ ਹਾਂ। ਬਾਬਾ ਨਾਨਕ ਜੀ ਇਹ ਗੱਲ ਕਹਿ ਰਹੇ ਆ, ਸੱਚੇ ਪਾਤਸ਼ਾਹ ਕਹਿੰਦੇ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ। ਦੁਨੀ ਚੰਦ ਨੇ ਆਖਿਆ ਜੀ ਸਰਾਧ ਹੈ, ਘਰੇ ਚਲੋ ਚਰਨ ਪਾਓ। ਮੇਰੇ ਬਾਬੇ ਨੇ, ਬਾਪੂ ਨੇ, ਪਿਤਾ ਨੇ ਸੇਵਾ ਬਹੁਤ ਕੀਤੀ, ਉਹਨਾਂ ਦੇ ਸਰਾਧ ਹੈ, ਘਰੇ ਚੱਲੋ। ਵਡਿਆਈ ਜੀ ਕਰਨ ਲੱਗਿਆ ਆਪ ਦੀ ਮਾਇਆ ਦੀ। ਸਤਿਗੁਰ ਕਹਿੰਦੇ ਮਰਦਾਨਿਆਂ ਆਪਾਂ ਵੈਦ, ਜਗਤ ਦੇ ਵੈਦ, ਹਉਮਾ ਦੇ ਰੋਗੀ ਦਾ ਇਲਾਜ ਕਰਨਾ ਹੈ। ਐਦੋਂ ਵੱਡਾ ਕੋਈ ਮਰੀਜ਼ ਨਹੀਂ ਇੱਥੇ ਆਉਣਾ। ਗੁਰੂ ਜੀ ਕਹਿੰਦੇ ਚੱਲ ਦੁਨੀ ਚੰਦਾ ਤੇਰੇ ਨਾਲ ਚੱਲਦੇ ਹਾਂ। ਦੁਨੀ ਚੰਦ ਤੁਰ ਪਿਆ। ਜੇ ਲਾਹੌਰ ਦੇ ਬਾਹਰਲੇ ਪਾਸੇ ਖੜੇ ਨਾ ਤੇ ਬੱਖੀਆਂ ਤੇ ਹੱਥ ਧਰ ਕੇ ਦੁਨੀ ਚੰਦ ਕਹਿੰਦਾ ਕਿਸੇ ਦੀ ਇੱਕ ਮੰਜ਼ਿਲ ਹੈ ਮਕਾਨ ਦੀ, ਕਿਸੇ ਦੇ ਦੋ, ਕਿਸੇ ਤਿੰਨ, ਆਓ ਵੇਖੋ ਮੇਰੀਆਂ 5 ਮੰਜ਼ਿਲਾਂ ਹੈ ਮਕਾਨ ਦੀਆਂ, ਮਕਾਨ ਦੀਆਂ। ਇਸ ਕਰਕੇ ਮਾਣ ਨਾ ਕੀਜੈ, ਸਰਨ ਪਰੀਜੈ, ਕਰਾ ਸੋ ਭਲਾ ਮਨਾਈਐ। ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ, ਜੋ ਕਰਦਾ ਨਿਰੰਕਾਰ ਕਰਦਾ ਹੈ। ਇਹ ਸਾਰਾ ਮਾਇਆ ਦਾ ਚਲਿੱਤਰ ਹੈ। ਇਸ ਕਰਕੇ ਸਾਧ ਸੰਗਤ ਜਦੋਂ ਸੱਚੇ ਪਾਤਸ਼ਾਹ ਦੁਨੀ ਚੰਦ ਦੇ ਘਰੇ ਗਏ, ਦੁਨੀ ਚੰਦ ਨੇ ਆਖਿਆ ਵੇਖੋ ਆਹ ਗੇਟ ਆ, ਆਹ ਜੰਗਲੇ ਆ, ਆਹ ਬੇਲ ਬੂਟੇ ਆ, ਆਹ ਭੜੋਲੇ ਮਾਇਆ ਦੇ ਭਰੇ ਪਏ ਆ, ਭਰੇ ਪਏ ਆ। 3 ਪੀੜ੍ਹੀਆਂ ਵੀ ਇਹ ਮੁੱਕ ਨਹੀਂ ਸਕਦੀਆਂ। ਮੇਰੇ ਬਾਪੂ ਦੀ ਕਮਾਈ ਹੈ, ਬਹੁਤ ਕਮਾਈ ਕੀਤੀ ਹੈ। ਇਉਂ ਵਡਿਆਈ ਜੀ ਕਰਨ ਲੱਗਿਆ ਮਾਇਆ ਦੀ। ਵੱਡੇ ਵੱਡੇ ਜੋ ਦਸਾ ਲੋਕ ਤਿਨਕੋ ਵਿਆਪਾ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ ਨਹੀਂ, ਨਹੀਂ ਸੋਈ ਵੱਡਾ। ਕੌਣ ਵੱਡਾ? ਜਿਹਨੇ ਨਾਮ ਲਿਵ ਲਾਈ। ਆਪਾਂ ਬੈਠੇ ਨਾਮ ਦੇ ਵਿੱਚ, ਗੁਰੂ ਦੇ ਚਰਨ 'ਚ ਬੈਠੇ, ਸੋਈ ਵੱਡਾ ਜਿਹਨੇ ਨਾਮ ਦੇ ਨਾਲ ਲਿਵ ਲਾਈ ਹੋਈ ਹੈ। ਉੱਥੇ ਬਾਬਾ ਜੀ ਨੂੰ ਕਹਿਣ ਲੱਗਾ ਆਓ। ਗਾਂ ਪੰਡਤ ਬੈਠੇ ਸੀ, 101 ਬ੍ਰਾਹਮਣ। ਸਰਾਧਾਂ ਦਾ ਦਿਨ ਸੀਗਾ, 7ਵਾਂ ਸਰਾਧ ਸੀ, 7ਵਾਂ ਸਰਾਧ ਤੇ ਤੱਪੜ ਵਿਛਿਆ ਸੀ। ਬਾਬਾ ਜੀ ਨੂੰ ਕਹਿਣ ਲੱਗੇ ਬੈਠੋ ਤੱਪੜ ਤੇ, ਤੁਹਾਨੂੰ ਵੀ ਸਰਾਧ ਖਵਾਵਾਂ। ਮਰਦਾਨਾ ਕਹਿਣ ਲੱਗਿਆ ਕੋਈ ਇਹ ਬਾਹਮਣ ਨਹੀਂ, ਪੰਡਤ ਨਹੀਂ, ਇਹ ਆਪ ਨਾਨਕ ਨਿਰੰਕਾਰ ਹੈ। ਮੰਜਾ ਲਿਆ। ਦੁਨੀ ਚੰਦ ਨੇ, ਪੰਡਤਾਂ ਨੇ ਰੌਲਾ ਪਾ ਲਿਆ। ਕਹਿੰਦੇ ਦੇਵਤਿਆਂ ਤੋਂ ਉੱਚਾ ਕੋਈ ਨਹੀਂ ਬਹਿ ਸਕਦਾ ਪੰਡਤਾਂ ਤੋਂ। ਰੌਲਾ ਪਾ ਲਿਆ ਦੁਹਾਈ ਰਾਮ ਦੀ, ਇਹਨਾਂ ਤੋਂ ਉੱਚਾ ਨਹੀਂ ਕੋਈ ਬਹਿ ਸਕਦਾ। ਬਾਬਾ ਜੀ ਕਹਿੰਦੇ ਮਰਦਾਨਿਆ ਹੁਣ ਰੌਲਾ ਨਾ ਪਾ, ਲੜਨਾ ਤੂੰ ਰੰਗ ਵੇਖ ਕਰਤਾਰ ਦੇ, ਰਵਾਬ ਛੇੜ ਕੇ ਰਾਂ। ਮਰਦਾਨੇ ਨੇ ਰਵਾਬ ਵਜਾਈ, ਕਹੋ ਮਰਦਾਨਿਆ ਤੂੰ ਹੀ ਨਿਰੰਕਾਰ।
ਕਹੋ ਮਰਦਾਨਿਆ ਸਤ ਕਰਤਾਰ। ਜਦੋਂ ਸਤ ਕਰਤਾਰ ਦੀ ਤੁਹਾਨੂੰ ਵੱਜੀ ਤਾਂ ਬਾਬਾ ਜੀ ਦੀ ਸਮਾਧੀ ਲੱਗੀ। ਸਮਾਧੀ ਤਾਂ ਪਹਿਲਾਂ ਵੀ ਲੱਗੀ ਸੀ, ਤਾਂ ਸਾਡੇ ਵਾਸਤੇ ਸਮਾਧੀ ਲੱਗੀ। ਪਹਿਲਾਂ ਕਿਹੜਾ ਸਮਾਧੀ ਤੁਰੀ ਫਿਰਦੀ ਸੀ। ਇਸ ਕਰਕੇ ਬਾਬਾ ਜੀ ਨੇ ਸਮਾਧੀ ਲਾ ਲਈ। ਖੇਰ ਕੀਤਾ। ਪੰਡਤ ਕਹਿਣ ਲੱਗਾ ਦੁਪਹਿਰ ਦੇ 12 ਵੱਜ ਗਏ ਐ, ਅਸੀਂ ਹੋਰਾਂ ਦੇ ਸਰਾਧ ਖਾ ਕੇ ਹੋਰ ਪਿਤਰਾਂ ਨੂੰ ਵੀ ਰਿਜਾਉਣਾ ਹੈ, ਭੁੱਖੇ ਮਰ ਜਾਣਗੇ, ਤੁਸੀਂ ਵਿਹਲੜ ਸੰਤਾਂ। ਬਾਬਾ ਜੀ ਨੇ ਨੇਤਰ ਖੋਲ੍ਹੇ। ਬਾਬਾ ਜੀ ਮੂਹਰੇ ਥਾਲ ਰੱਖਿਆ, ਤੁਸੀਂ ਵੀ ਥਾਲ ਸਰਾਧ ਖਾਓ, ਪ੍ਰਸ਼ਾਦ ਖਾਓ। ਬਾਬਾ ਜੀ ਕਹਿਣ ਲੱਗੇ ਇਹ ਕਿਉਂ ਖਵਾ ਰਹੇ ਹੋ, ਕਿਉਂ ਖਵਾ ਰਹੇ? ਕੋਈ ਪੁੱਛਦਾ? ਖਾਣ ਦੀ ਕਰਦੇ ਕਿਉਂ ਖਵਾ ਰਹੇ ਹੋ? ਉਹਨਾਂ ਨੇ ਆਖਿਆ ਜੀ ਦੁਨੀਚੰਦ ਨੇ ਆਖਿਆ ਮੇਰੇ ਪਿਤਾ ਦਾ ਸਰਾਧ 7ਵਾਂ ਸਰਾਧ ਹੈ। ਕੋਈ ਇੱਕ ਕਰਦਾ, ਕੋਈ 2 ਕਰਦਾ, ਮੈਂ 7 ਸਰਾਧ ਕੀਤੇ ਆ ਆਪਣੇ ਪਿਤਾ ਜੀ ਦੇ। ਗੁਰੂ ਜੀ ਕਹਿਣ ਲੱਗੇ ਪਿਤਾ ਕੌਣ ਹੁੰਦੇ, ਪਿਤਰ ਕੌਣ ਹੁੰਦੇ? ਕਹਿੰਦੇ ਵੱਡ ਵਡੇਰੀ। ਬਾਬਾ ਜੀ ਕਹਿੰਦੇ ਵੱਡ ਵਡੇਰੇ ਕੌਣ ਹੁੰਦੇ? ਕਹਿੰਦੇ ਜਿਹੜੇ ਮੈਥੋਂ ਵੱਡੇ ਆ, ਬਾਬੇ ਆ, ਪਿਓ ਆ, ਬਾਬਾ ਜੀ। ਬਾਬਾ ਜੀ ਕਹਿੰਦੇ ਸਭ ਝੂਠ, ਉਹ ਤਾਂ ਮਰ ਗਏ, ਉਹਨਾਂ ਨੂੰ ਕਿੱਥੇ ਮਿਲਣਾ? ਅੱਛਾ ਮੈਂ ਖਾਵਾਂ ਉਹਨਾਂ ਮਿਲੂਗਾ? ਬਾਬਾ ਜੀ ਨੇ ਰੌਲਾ ਪਾ ਲਿਆ, ਸੱਚ ਝੂਠ ਦਾ ਪੈ ਗਿਆ ਝਗੜਾ, ਹੁਣ ਇੱਕ ਪਾਸੇ ਹੋ ਕੇ ਨਿਬੜੂਗਾ। ਰੌਲਾ ਪਾ ਲਿਆ ਪੰਡਤਾਂ ਨੇ, ਮੈਂ ਨਹੀਂ ਪਿਤਰਾਂ ਨੂੰ ਮਿਲਦਾ। ਬਾਬਾ ਜੀ ਕਹਿੰਦੇ ਨਹੀਂ ਮਿਲਦਾ ਪਿਤਰਾਂ ਨੂੰ। ਕਹਿੰਦੇ ਮਿਲਦਾ। ਬਾਬਾ ਜੀ ਕਹਿੰਦੇ ਦੁਨੀਚੰਦਾ 7ਵਾਂ ਸਰਾਧ ਹੈ, ਇਹ ਪੰਡਤਾਂ ਨੂੰ ਪੁੱਛੋ ਵੀ ਤੁਹਾਡੇ ਪਿਓ ਨੂੰ ਮਿਲਿਆ ਸਰਾਧ, ਪਿਤਰਾਂ ਨੂੰ ਮਿਲਿਆ? ਅੱਖਾਂ ਤਾਂ ਮੈਂ ਵੀ ਮੀਚ ਲੈਂਦਾ। ਪੰਡਤਾਂ ਨੇ ਅੱਖਾਂ ਮੀਚ ਲਈਆਂ। ਅੱਖਾਂ ਮੀਚ ਕੇ ਪੰਡਤ ਹੱਸੇ, ਕਹਿੰਦੇ ਜੀ ਅਸੀਂ ਮਿਲ ਕੇ ਆਏ ਹਾਂ ਪਿਤਰਾਂ ਨੂੰ। ਉਹ ਕਹਿੰਦੇ ਰੋਜ਼ ਖੀਰ ਕੜਾਹ ਰੱਖ ਦਿੰਦੇ ਆ, ਕਿਤੇ ਗੁਲਗੁਲੇ ਵੀ ਰੱਖਿਆ ਕਰੋ, ਕਰਾਰੀਆਂ ਚੀਜ਼ਾਂ, ਸਾਨੂੰ ਢਕਾਰ ਹੀ ਵੱਧ ਹੋਏ ਪਏ ਮਿੱਠੇ ਦੇ ਨਾਲ। ਮਿੱਠੇ ਨਾਲ ਬਾਬਾ ਜੀ ਹੱਸੇ। ਬਾਬਾ ਜੀ ਕਹਿੰਦੇ ਦੁਨੀਚੰਦਾ ਹਜ਼ੂਰ ਨੇ ਕੱਢ ਕੇ ਕਮਾਨ ਚੋਂ ਤੀਰ ਮਾਰਿਆ ਕਾਲਜੇ 'ਚ ਪੰਡਤਾਂ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਚੰਦਾ ਇੱਥੋਂ 8 ਕੋ ਤੇ ਤੇਰਾ ਪਿਓ ਬਘਿਆੜ ਦੀ ਜੂਨ 'ਚ ਪਿਆ ਵੈ, ਬਘਿਆੜ ਬਣਿਆ ਬੈਠਾ, ਉਹਨੂੰ 7 ਦਿਨ ਹੋ ਗਏ ਕੋਈ ਸਰਾਧ ਨਹੀਂ ਮਿਲਿਆ। ਜਦੋਂ ਇੰਨੀ ਗੱਲ ਕਹੀ ਸਾਰਿਆਂ ਦੇ ਪੈਰਾਂ ਥੱਲੋਂ ਮਿੱਟੀ ਨਿਕਲੀ। ਬਘਿਆੜ ਬਣਿਆ ਬੈਠਾ। ਬਾਬਾ ਜੀ ਕਹਿੰਦੇ ਇਉਂ ਨਹੀਂ, ਕਹਿਣ ਦੀ ਗੱਲ ਨਹੀਂ, ਦੇਖਣ ਦੀ ਗੱਲ ਹੈ। ਆਹ ਥਾਲ ਰੱਖ ਸਾਡੇ ਮੂਹਰੇ। ਬਾਬਾ ਜੀ ਨੇ ਸਤ ਕਰਤਾਰ ਕਰਕੇ ਉੱਤੇ ਹੱਥ ਰੱਖਿਆ ਥਾਲ ਦੇ। ਬਾਬਾ ਜੀ ਕਹਿੰਦੇ ਚੜ੍ਹਦੀ ਵੱਲ ਨੂੰ ਜਾ ਤੇ ਡਰੀ ਨਾ, ਸਾਡਾ ਪਹਿਰਾ ਆ ਵੇਖੋ, ਸਾਡਾ ਪਹਿਰਾ ਨਾਲ ਹੋਊਗਾ। ਇਸ ਕਰਕੇ ਨਦੀ ਆਵੇਗੀ, ਲੱਕੜ ਦਾ ਪੁਲ ਲੰਘ ਜਾਈ ਪਾਰ, ਵੱਡਾ ਬਰੋਟਾ ਵੇਖ ਕੇ ਉੱਥੇ ਤੇਰਾ ਪਿਓ ਬਘਿਆੜ ਭੁੱਖਾ ਬੈਠੇ। ਇਉਂ ਆਖਿਆ, ਇਤਿਹਾਸ 'ਚ ਲਿਖਿਆ ਹੋਇਆ ਹੈ। ਤੇ ਦੁਨੀਚੰਦ ਦੇ ਨਾਲ ਫਿਰ ਪ੍ਰੋਤ ਪੰਡਤਾਂ ਦਾ ਜਿਹੜਾ ਵੱਡਾ ਸੀ, ਪ੍ਰੋਤ, ਉਹਨੂੰ ਪ੍ਰੋਤ ਕਹਿੰਦੇ ਆ, ਵੱਡਾ, ਉਹਨੇ ਆਖਿਆ ਤਮਾਸ਼ਾ ਵੇਖਣਾ ਚਾਹੀਦਾ, ਮੈਂ ਵੀ ਜਾਊਂਗਾ। ਜਦੋਂ ਚਲੇ ਗਏ ਪੁਲ ਨੰਗੇ ਤੇ ਦੁਨੀਚੰਦ ਨੇ ਦੂਰੋਂ ਵੇਖਿਆ, ਉਹੀ ਗੱਲ ਹੋਈ ਹੈ, ਬਘਿਆੜ ਬੈਠਾ ਬੋੜ ਥੱਲੇ। ਦੁਨੀਚੰਦ ਕਹੀ ਜਾਵੇ ਉਹ ਬੈਠਾ ਪੀਤਾ ਜੀ, ਆਹ ਬੈਠਾ ਪੀਤਾ ਜੀ। ਇਹ ਜਿਹੜੇ ਬਾਹਲੇ ਬੋਲਦੇ ਨੇ, ਬਾਹਲੇ ਖਾਂਦੇ ਆ, ਬਾਹਲੇ ਸੌਂਦੇ ਆ, ਇਹਨਾਂ ਦੀ ਮਸ਼ੀਨਰੀ ਕਮਜ਼ੋਰ ਹੋ ਜਾਂਦੀ ਹੈ। ਮਸ਼ੀਨਰੀ ਕਮਜ਼ੋਰ ਹੋ ਜਾਂਦੀ ਹੈ, ਘਸ ਜਾਂਦੀ ਹੈ। ਇਹ ਗੱਲ ਸੀ ਪੰਡਤ ਦੇ ਵਿੱਚ। ਪੰਡਤ ਨੇ ਆਖਿਆ ਪਿਤਾ ਜੀ ਲਾਈ ਹੈ। ਬਾਬੇ ਨਾਨਕ ਨੇ ਇਹ ਗੱਲ ਆਖੀ ਵੀ 7 ਦਿਨ ਦਾ ਭੁੱਖਾ ਹੈ, ਕਿਤੇ ਇਹ ਗੱਲ ਨਾ ਆਵੇ ਆਪਣੇ ਨੇ ਸਰਾਧ ਬਣਾ ਦੇਵੇ, ਆ ਮੁੜ ਚੱਲ ਗਏ। ਇਹ ਡਰੂ ਲੋਕ ਹੁੰਦੇ ਆ। ਜਿਹੜਾ ਬਾਹਲਾ ਬੋਲਣਾ, ਬਾਹਲਾ ਬੋਲਿਆ ਝੱਖ ਮਾਰ। ਹਜੂ ਕਹਿੰਦੇ ਜਿਹੜੇ ਝੱਖ ਮਾਰ ਮਸ਼ੀਨਰੀ ਐਵੇਂ ਚਲੀ ਜਾਂਦੀ ਨਾ ਖਾਲੀ ਬਿਨਾਂ ਲੋੜ ਤੋਂ, ਉਹ ਮਸ਼ੀਨਰੀ ਛੇਤੀ ਘਸ ਜਾਂਦੀ ਹੈ। ਇਸ ਕਰਕੇ ਮਿਣਿਆ ਤੋਲੇ ਹੀ ਬੋਲਣਾ ਚਾਹੀਦਾ। ਉੱਥੇ ਸਾਸ ਦੁਨੀਚੰਦ ਰੁਕ ਗਿਆ, ਮੁੜ ਤੁਰਿਆ।
ਪ੍ਰੋਤ ਨੇ ਮੋੜ ਲਿਆ। ਜੇ ਦੋ ਕਰਮ ਮੁੜੇ, ਤੁਹਾਡੇ ਬਾਬਾ ਜੀ ਮੇਰੇ ਬਾਬਾ ਜੀ ਅਲਟ ਬਲਟ ਜਗਤ ਗੁਰੂ ਨਾਨਕ ਨੇ ਦਰਸ਼ਨ ਦਿੱਤੇ। ਦਰਸ਼ਨ ਦੇ ਕੇ ਆਖਿਆ ਦੁਨੀ ਚੰਦਾ ਕੀ ਗੱਲ ਡਰ ਗਿਆ? ਦੁਨੀ ਚੰਦ ਨੇ ਮੱਥਾ ਟੇਕਿਆ, ਆਖਿਆ ਗੁਰੂ ਜੀ ਤੁਸੀਂ ਮਗਰ ਆਏ? ਗੁਰੂ ਜੀ ਕਹਿੰਦੇ ਨਹੀਂ ਦੁਨੀ ਚੰਦਾ, ਕਲਯੁਗ ਵਿੱਚ ਮੇਰਾ ਪਹਿਰਾ ਏਡਾ ਵੱਡਾ ਹੈ, ਉੱਤਰ ਦੱਖਣ ਪੂਰਬ ਪੱਛਮ ਮੈਂ ਸਾਰੇ ਰਵਿਆ ਹੋਇਆ ਹਾਂ। ਅੱਖਾਂ ਬੰਦ ਕਰਕੇ ਵੇਖ ਲੈ, ਮੈਂ ਤੇਰੇ ਘਰੇ ਵੀ ਬੈਠਾ ਹੈ, ਤੇਰੇ ਮਗਰਲੇ ਪਾਸੇ ਵੀ ਹੈ, ਤੇਰੇ ਸੱਜੇ ਵੀ ਹੈ, ਤੇਰੇ ਖੱਬੇ ਵੀ ਹੈ। ਐਸਾ ਮਾਲਕ ਸਾਨੂੰ ਮਿਲਿਆ। ਮਾਲਕ ਤੁਰ ਦਰਗਾਹ ਦਾ ਆਪਣੇ ਸੇਵਕਾਂ ਦੇ ਘਰੇ ਜਾ ਜਾ ਕੰਮ ਕਰੇ, ਫਿਰ ਸੇਵਕਾਂ ਨੂੰ ਫਿਕਰ ਹੈ ਕਾਹਦਾ? ਉੱਥੇ ਸਾਧ ਸੰਤ ਦੁਨੀ ਚੰਦ ਅੱਗੇ ਵਧਿਆ, ਬਘਿਆੜ ਦੇ ਮੂਹਰੇ ਥਾੜ ਰੱਖਿਆ। ਬਘਿਆੜ ਨੇ ਮਾੜੀ ਜੀ ਜੀਭ ਲੱਗੀ, ਭੋਗ ਲੱਗਿਆ ਸੀ, ਬਾਬੇ ਨਾਨਕ ਦਾ ਹੱਥ ਲੱਗਿਆ ਸੀ। ਜਦੋਂ ਮਾੜੀ ਜੀ ਜੀਭ ਲਾਈ ਬਘਿਆੜ ਨੇ, ਕਾਇਆ ਪਲਟਾ ਖਾ ਗਈ। ਕਹਿੰਦੇ ਪੁੱਤਰ ਤੂੰ ਧੰਨ ਹੈ, ਬਘਿਆੜ ਕਹਿੰਦਾ। ਉਹ ਕਹਿੰਦਾ ਪੁੱਤਰ ਕਹਿਣ ਵਾਲਾ ਕੌਣ ਹੈ? ਕਹਿੰਦਾ ਮੈਂ ਤੇਰਾ ਬਾਪੂ, ਮੈਂ ਤੇਰਾ ਪਿਓ। ਉਹ ਕਹਿਣ ਲੱਗਾ ਤੂੰ ਕਰਮਾਂ ਵਾਲਾ, ਤੇਰੇ ਘਰੇ ਜਗਤ ਗੁਰੂ ਨਾਨਕ ਆਇਆ ਹੋਇਆ ਹੈ, ਇਹ ਜੀਵਾਂ ਦੀ ਕਲਿਆਣ ਕਰਦਾ, ਇਸ ਕਰਕੇ ਤੂੰ ਐਂ ਕਰ ਘਰੇ ਜਾਵੜ ਤੇ ਕਲਯੁਗ ਦਾ ਸਮਾਂ, ਗੁਰੂ ਨਾਨਕ ਦੇ ਚਰਨ ਫੜ ਲਾ ਤੇ ਗੁਰੂ ਧਾਰਨ ਕਰ ਲਾ, ਤੇ ਮੇਰੇ ਵਾਂਗੂ ਟੇਢੀਆਂ ਜੂਨਾਂ 'ਚ ਨਹੀਂ ਪਾਵੇਂਗਾ। ਉਹਨੇ ਆਖਿਆ ਬਾਪੂ ਗੁਰੂ ਤਾਂ ਤੇਰੇ ਵੀ ਧਾਰਿਆ ਸੀ, ਜਦੋਂ ਤੂੰ ਸੌਦਾ ਤੋਲਦਾ ਸੀ ਉਦੋਂ ਬੋਲਦਾ ਸੀ ਹਰੇ ਰਾਮ ਹਰੇ ਕ੍ਰਿਸ਼ਨ ਸੀਤਾ ਰਾਮ ਰਾਧੇ ਰਾਮ, ਤੂੰ ਵੀ ਕਹਿੰਦਾ ਸੀ। ਉਹ ਕਹਿੰਦਾ ਪੁੱਤਰ ਮੈਂ ਲੋਕਾਂ ਨੂੰ ਠੱਗਣ ਮੌਕੇ ਕਹਿੰਦਾ ਊਂ ਨਹੀਂ ਸੀ ਕਹਿੰਦਾ। ਜਦੋਂ ਗਾਹਕ ਆਉਂਦਾ ਸੀ, ਗਾਹਕ ਮੇਰੇ ਤੇ ਜਾਂਦਾ ਸੀ, ਮੈਂ ਤੱਕੜੀ ਦਾ ਬੂਦਾ ਫੜ ਕੇ ਸੌਦਾ ਘੱਟ ਤੋਲਦਾ ਸੀ, ਝੂਠ ਬੋਲਦਾ ਸੀ, ਉਹਦੇ ਕਾਰਨ ਮੇਰੇ ਪਾਪਾਂ ਦੇ ਗਰੇ ਲੱਗ ਗਏ, ਤਾਂ ਮੈਂ ਟੇਢੀ ਜੂਨ 'ਚ ਪੈ ਗਿਆ। ਐਂ ਕਰ ਤੂੰ ਮੇਰਾ ਵਚਨ ਮੰਨ। ਉਹਨੇ ਆਖਿਆ ਬਾਪੂ ਤੇਰਾ ਆਧਾਰ ਕਿਵੇਂ ਹੋਊ? ਉਹਨੇ ਆਖਿਆ ਇਹ ਪ੍ਰਸ਼ਾਦ ਤੇ ਦ੍ਰਿਸ਼ਟੀ ਪਈ ਨਿਰੰਕਾਰ ਗੁਰੂ ਨਾਨਕ ਦੀ, ਲਿਆ ਪ੍ਰਸ਼ਾਦ ਛਕਾਂ। ਜਦੋਂ ਪ੍ਰਸ਼ਾਦ ਛਕਿਆ ਬਘਿਆੜ ਸਰੀਰ ਛੱਡ ਗਿਆ। ਗੁਰੂ ਨਾਨਕ ਨੇ ਇਸ ਤਰ੍ਹਾਂ ਕੱਲੇ ਬੰਦੇ ਪਸ਼ੂ ਪੰਛੀ ਪ੍ਰੇਤ ਪੱਥਰ ਤਾਰੇ ਗੁਰੂ ਨਾਨਕ ਨੇ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰਾਂ ਸਰ ਨਾਮ ਦਾ। ਆਪਾਂ ਕਿਵੇਂ ਨਹੀਂ ਤਰ ਸਕਦੇ? ਗੁਰੂ ਨਾਨਕ ਦੇ ਕੋਲੇ ਬੈਠੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਪ੍ਰਗਟ ਗੁਰਾਂ ਕੀਦੇ ਸਤਿਗੁਰੂ ਨਾਨਕ ਬੈਠੇ। ਬੰਦਾ ਕਿਉਂ ਨਾ ਤਰੇ ਜਿਹੜਾ ਗੁਰਾਂ ਸਰ ਨਾਮ ਦਾ। ਦੁਨੀ ਚੰਦ ਆਇਆ, ਦੁਨੀ ਚੰਦ ਨੇ ਚਰਨਾਂ ਤੇ ਦਾੜ ਦੇਣੇ, ਮੱਥਾ ਟੇਕਿਆ। ਅੱਜ ਗੁਰੂ ਬਹੁਤ ਹੈ, ਚੇਲੇ ਜੰਟ ਰੱਖੇ ਵੇ ਐ, ਗਿੱਚੀ ਫੜ ਕੇ ਕਹਿਣਗੇ ਆਓ ਵੇਖ ਗੁਰੂ ਸਾਹਮਣੇ, ਆਓ ਵੇਖ ਅੱਖਾਂ ਕਿਵੇਂ ਚਮਕਦੀਆਂ। ਖਾਧੀ ਹੁੰਦੀ ਫੀਮ, ਖਾਧੀ ਹੁੰਦੀ ਫੀਮ, ਹੁਣ ਅੱਜ ਕੱਲ੍ਹ ਤਾਂ ਚਿੱਟਾ ਖਾ ਲੈਂਦੇ, ਉਹਦੇ ਨਾਲ ਅੱਖਾਂ ਜ਼ਿਆਦਾ ਚਮਕਦੀਆਂ। ਅਤੇ ਇਸ ਕਰਕੇ ਸਾਥ ਇਹੋ ਜਿਹੇ ਕੱਚੇ ਗੁਰੂਆਂ ਨੂੰ ਛੱਡੋ, ਇਹਨਾਂ ਦਾ ਕੋਈ ਇਤਵਾਰ ਨਹੀਂ। ਗੁਰੂ ਸਾਹਿਬ ਨੇ ਸਾਰੇ ਭਰਮ ਵਹਿਮ ਕੱਢਤੇ ਹੈ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਸਾਰੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤੁਹਾਡਾ ਬਹੁਤ ਬਚਤ ਹੋ ਜਾਊਗੀ, ਤੁਹਾਡਾ ਜਨਮ ਲੇਖੇ ਵਿੱਚ ਲੱਗ ਜਾਊਗਾ। ਕਿਤੇ ਜਨਮ ਖਰਾਬ ਨਾ ਕਰ ਲਓ ਕੱਚੇ ਗੁਰੂਆਂ ਕੋਲੇ। ਇਸ ਕਰਕੇ ਸਾਧ ਸੰਗਤ ਦੁਨੀ ਚੰਦ ਘਰੇ ਆਇਆ ਤੇ ਘਰ ਵਾਲੇ ਨੂੰ ਆਖਿਆ ਕਰਮਾਂ ਬਾਲ ਗਏ ਤਾਂ ਰੱਬ ਆ ਗਿਆ ਆਪਣੇ ਘਰੇ। ਮੈਂ ਕੀ ਵੇਖ ਕੇ ਆਇਆ? ਪ੍ਰੋਤ ਨੇ ਸਾਰੇ ਪੰਡਤਾਂ ਨੂੰ ਆਖਿਆ ਵੀ ਮੈਂ ਵੇਖ ਕੇ ਆਇਆ। ਸਾਰੇ ਪੰਡਤਾਂ ਨੇ ਹੱਥ ਜੋੜ ਲਏ ਤੇ ਸਾਧ ਦੁਨੀ ਚੰਦ ਨੇ ਆਖਿਆ ਕਰਮਾਂ ਬਾਲ ਗਿਆ। ਮੰਜਾ ਲਿਆ, ਮੰਜਾ ਡਾਇਆ, ਨਵੀਂ ਵਿਛਾਈ। ਬਾਬਾ ਜੀ ਨੂੰ ਕਹਿਣ ਲੱਗਾ ਮੰਜੇ ਤੇ ਬੈਠੋ ਦੁਨੀ ਚੰਦ। ਬਾਬਾ ਜੀ ਕਹਿੰਦੇ ਦੁਨੀ ਚੰਦਾ ਇੱਥੇ ਹੀ ਠੀਕ ਹੈ। ਦੁਨੀ ਚੰਦ ਕਹਿੰਦੇ ਤੂੰ ਤਾਂ ਠੀਕ ਹੈ ਪਰ ਮੈਂ ਵੇ ਠੀਕ ਹਾਂ, ਮੈਂ ਅੱਖੀ ਵੇਖ ਕੇ ਆਇਆ, ਮੈਨੂੰ ਤੇਰੀ ਪਛਾਣ ਨਹੀਂ ਆਈ, ਮੋਤੀਆ ਉਤਰਿਆ ਸੀ। ਹੁਣ ਤੇਰੇ ਦਰਸ਼ਨ ਕਰਕੇ, ਤੇਰੇ ਚੋਜ ਕਰਕੇ ਮੋਤੀਆ ਉਤਰ ਗਿਆ। ਮੰਜੇ ਤੇ ਕਿਰਪਾ ਕਰੋ, ਬੈਠੋ।
ਸਤਿਗੁਰ ਨਾਨਕ ਮੰਜੇ ਤੇ ਬੈਠੇ, ਸਾਰੇ ਪੰਡਤ ਭੁੰਜੇ ਬੈਠੇ। ਤੁਹਾਡਾ ਅਲਡ ਵਰਡ ਜਗਤ ਗੁਰੂ ਨਾਨਕ, ਤੁਹਾਨੂੰ ਹੀ ਮਾਣ ਚਾਹੀਦਾ। ਐਡੇ ਵੱਡੇ ਗੁਰੂ ਦੇ ਭਰੋਸਾ ਕਰਕੇ ਖੂਨ ਵੱਧ ਜਾਂਦਾ ਬੰਦੇ ਦਾ, ਖੂਨ। ਅਨੇਕਾਂ ਬਿਮਾਰੀਆਂ ਤੇ ਸਾਸਾ ਡੇਂਬੂ ਡਾਂਬੂ ਜਿਹੜੇ ਆ, ਇਹ ਕਿੱਥੇ ਭਰਿੰਡ, ਕਿੱਥੇ ਗੁਰੂ, ਕਿੰਨਾ ਫਰਕ ਹੈ। ਇਸ ਕਰਕੇ ਇਹ ਖੱਖਰਾਂ ਸਾਰੀਆਂ ਲਾ ਦਿੰਦੇ ਆ ਗੁਰੂ ਨਾਨਕ ਸਾਹਿਬ। ਇਸ ਕਰਕੇ ਆਪਾਂ ਨੂੰ ਸਮਾਂ ਮਿਲਿਆ ਤੇ ਦੁਨੀ ਚੰਦ ਬੈਠਾ ਵਾ ਪੁੰਜੇ, ਸਾਰੇ ਪੰਡਤ ਪੁੰਜੇ ਬੈਠੇ। ਗੁਰੂ ਨਾਨਕ ਤੁਹਾਡਾ ਗੁਰੂ, ਮੇਰਾ ਗੁਰੂ ਅਲਡ ਵਰਲਡ ਮੰਜੇ ਤੇ ਬੈਠਾ। ਇੱਕ ਗੱਲ ਮਰਦਾਨੇ ਨੇ ਆਖੀ, ਬਾਹਲੀ ਥੋੜੀ ਗੱਲ ਹੈ। ਮਰਦਾਨੇ ਨੇ ਆਖਿਆ, ਗੁਰੂ ਜੀ ਤੇਰੇ ਨਾਲ ਰਲਿਆ, ਘਰ ਛੱਡਿਆ, ਮਰਾਸਣ ਛੱਡੀ ਘਰ ਵਾਲੀ, ਜਵਾਕ ਜੱਲਾ ਛੱਡਿਆ, ਮੀਂਹ ਹਨੇਰੀ ਚ ਰਿਹਾ, ਪਰ ਇੱਕ ਗੱਲ ਹੈ ਵੀ ਅੱਜ ਲੱਜ ਆ ਗਈ ਤੇਰੇ ਨਾਲ ਰਹਿਣ ਦੀ। ਸਾਰੇ ਪੁੰਜੇ ਬੈਠੇ, ਤੂੰ ਇਕੱਲਾ ਹੀ ਮੰਜੇ ਤੇ ਬੈਠਾ। ਲੱਜ ਆ ਗਈ ਤੇਰੇ ਨਾਲ ਰਹਿਣ ਦੀ। ਮੀਂਹ ਹਨੇਰੀ ਤੂਫਾਨਾਂ ਦੇ ਵਿੱਚ ਰਿਹਾ, ਪਰ ਅੱਜ ਮੈਨੂੰ ਪੂਰਾ ਹੌਸਲਾ ਹੋ ਗਿਆ। ਇਸ ਕਰਕੇ ਸਾਧ ਸੰਤ ਗੁਰੂ ਸਾਡਾ ਪੂਰਾ ਹੈ। ਗੁਰੂ ਨਾਮ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਅਕਾਲ ਪੁਰਖ ਗੁਰੂ ਨਾਨਕ ਦਾ ਧਿਆਨ ਧਰੋ, ਪਹਿਰਾ ਦਿਓ। ਇਤਿਹਾਸ ਤਾਂ ਬਹੁਤ ਬਲੀ ਹੈ। ਦੁਨੀ ਚੰਦ ਨੇ ਪਰਿਵਾਰ ਨੇ ਅੰਬਰ ਛਕਿਆ, ਕੁਝ ਪੰਡਤਾਂ ਨੇ ਵੀ ਛਕਿਆ ਬਾਬਾ ਜੀ ਦੀ ਚਰਨਾਂ ਦੀ ਪੌੜ। ਬਾਬਾ ਜੀ ਕਹਿੰਦੇ ਭਰਮਾਂ ਵਹਿਮਾਂ 'ਚ ਨਾ ਲੋਕਾਂ ਨੂੰ ਪਾਵੋ ਵੀ ਪਿਤਰਾਂ ਨੂੰ ਮਿਲਦਾ। ਉਹ ਸਰਦਾ ਦੇ ਨਾਲ ਪ੍ਰਸ਼ਾਦਾ ਛਕ ਲਿਆ ਕਰੋ ਲੋਕਾਂ ਦੇ ਘਰਾਂ 'ਚ ਜਾ ਕੇ, ਤੇ ਇਹ ਨਾ ਕਹੋ ਵੀ ਇਹ ਪਿਤਰਾਂ ਪੁੱਤਰਾਂ ਨੂੰ ਕੋਈ ਨਹੀਂ ਮਿਲਦਾ, ਫੂਕਿਆ ਤਾਂ ਗਿਆ, ਸ਼ਿਕਾਰ ਤਾਂ ਹੋ ਗਿਆ, ਉਹਦੇ ਬੁੱਲ ਜਵਾੜੇ ਕਿੱਥੇ ਰਹਿ ਗਏ। ਇਸ ਕਰਕੇ ਸਾਧ ਸੰਗਤ ਸਾਰ ਦੁਨੀ ਚੰਦ ਨੇ ਅੰਬਰ ਛਕਿਆ ਤੇ ਬੇਨਤੀ ਕੀਤੀ, ਹਜ਼ੂਰ ਇੱਥੇ ਰਹੋ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਦੁਨੀ ਚੰਦਾ, ਅਸੀਂ ਦੁਨੀਆ ਨੂੰ ਤਾਰਨਾ ਹੈ। ਦੁਨੀ ਚੰਦ ਨੇ ਆਖਿਆ, ਹਜ਼ੂਰ ਮੈਂ ਜਾਣ ਨਹੀਂ ਦੇਣਾ। ਗੁਰੂ ਜੀ ਕਹਿੰਦੇ ਜਿਹੜਾ ਮੰਜਾ ਹੈ ਇਹ ਪਿਆ, ਹਜੇ ਵੀ ਪਿਆ ਲਾਹੌਰ ਮੰਜਾ ਹੈ, ਇਹਦੇ ਆਸਣ ਦੀ ਸੇਵਾ ਕਰਿਆ ਕਰ, ਸੇਵਾ ਕਰਿਆ ਕਰ। ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ ਕਰਿਆ, ਜਦੋਂ ਦੇ ਕਰਕੇ ਅਰਦਾਸ ਕਰੋਗੇ ਤੇ ਸਾਰੇ ਲਾਹੌਰ ਦੀ ਸੰਗਤ ਮਿਲ ਕੇ 6 ਦੀਵਾਨ ਦਿੱਤੇ ਬਾਬਾ ਜੀ ਨੇ, ਤੇ ਕਹਿੰਦੇ ਸਾਰੀ ਸੰਗਤ ਬੈਠ ਕੇ ਦਰਸ਼ਨ ਕਰੋਗੇ, ਉਦੋਂ ਇਸ ਮੰਜੇ ਤੇ ਮੈਂ ਬੈਠ ਕੇ ਤੁਹਾਨੂੰ ਦਰਸ਼ਨ ਦਿਆ ਕਰੂੰਗਾ। ਇਉਂ ਮੋਹਰ ਲਾਈ, ਇਉਂ ਮੋਹਰ ਲਾਈ। ਤੇ ਦੁਨੀ ਚੰਦ ਨੇ ਆਖਿਆ, ਗਰੀਬ ਨਵਾਜ਼ ਮੇਰਾ ਪਿਤਾ ਤਾਂ ਸੀਗਾ ਇਹੋ ਜਿਹਾ, ਉਹ ਤਾਂ ਧਾਰ ਕਰਤਾ ਤੁਸੀਂ। ਮੇਰਾ ਬਾਬਾ ਵੀ ਇਹੋ ਜਿਹਾ ਹੁੱਕਾ ਪੀਂਦਾ ਸੀ, ਚਿਲਮ ਪੀਂਦਾ ਸੀ, ਦਾਦਾ ਵੀ ਇਹੋ ਜਿਹਾ ਸੀ, ਦਸਪਾਰ ਲਾਉਂਦਾ ਸੀ, ਤੇ ਕਿਰਪਾ ਕਰ ਦਿਓ ਹੁਣ ਤੁਸੀਂ ਆਏ ਆ, ਸੱਚੇ ਪਾਤਸ਼ਾਹ ਜੀ ਕਰ ਦਿਓ ਉਧਾਰ। ਗੁਰੂ ਜੀ ਦੁਨੀ ਚੰਦ ਤੇ ਖੁਸ਼ ਹੋ ਕੇ ਕਹਿੰਦੇ, ਦੁਨੀ ਚੰਦਾ 7 ਕੁਲਾਂ ਤੇਰੀਆਂ, 7 ਨਾਨਕਿਆਂ ਦੀਆਂ, 7 ਦਾ ਜਾ ਤੇਰੀਆਂ, 21 ਕੁਲਾਂ ਦਾ ਆਧਾਰ ਕੀਤਾ। ਐਸਾ ਮਾਲਕ ਸਾਨੂੰ ਮਿਲਿਆ ਖਾਲਸਾ ਜੀ। ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕਰਿਓ, ਨਿਤਨੇਮ ਕਰੋ, ਗੁਰੂ ਨਾਨਕ ਦਾ ਧਿਆਨ ਧਰੋ। ਜਿੱਥੇ ਵੀ ਗੁਰੂ ਰਾਮਦਾਸ ਪਾਤਸ਼ਾਹ ਆਨੰਦਪੁਰ ਸਾਹਿਬ ਜਾਨੇ, ਕਲਗੀਧਰ ਬੈਠੇ ਹੈ। ਇਸ ਕਰਕੇ ਦਿੱਲੀ ਜਾਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਹਾਜ਼ਰ ਨਾਜ਼ਰ ਬੈਠੇ ਹੈ। ਇਹ ਪ੍ਰਗਟ ਗੁਰਾਂ ਕੀ ਦੇ ਗੁਰੂ ਉਹੀ ਹੈ, ਇਹ 'ਚ ਕੋਈ ਫਰਕ ਨਹੀਂ ਹੈ। ਇਸ ਕਰਕੇ ਵਚਨ ਸੁਣ ਕੇ ਕਮਾਈ ਕਰਾਂਗੇ, ਪਹਿਰਾ ਦੇਵਾਂਗੇ। ਕੀ ਮਿਲੇਗਾ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਕਰੀਏ ਰਸਨਾ ਪਵਿੱਤਰ, ਬੜੇ ਭਾਗਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਗੁਰਗੱਦੀ ਅੱਜ ਦੇ ਦਿਨ ਬਖਸ਼ਿਸ਼ ਹੋਈ ਹੈ, ਗੁਰਗੱਦੀ ਦੇ ਮਾਲਕ ਬਣੇ ਹੈ। ਇਸ ਕਰਕੇ ਸਾਰੇ ਰਸਨਾ ਪਵਿੱਤਰ ਕਰੋ। ਮੈਂ ਜਾਵਾਂ ਬਲਿਹਾਰੇ ਸਤਿਗੁਰ ਨਾਨਕ ਤੋਂ, ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ, ਮੈਂ ਜਾਵਾਂ ਬਲਿਹਾਰ
ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ, ਮੈਂ ਜਾਵਾਂ ਬਲਿਹਾਰ। ਮੈਂ ਜਾਵਾਂ ਬਲਿਹਾਰ, ਮੈਂ ਜਾਵਾਂ ਬਲਿਹਾਰ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਜਾਵਾਂ ਬਲਿਹਾਰ ਬਾਬੇ ਨਾਨਕ ਤੋਂ। ਸਦਕੇ 100 ਵਾਰ ਬਾਬੇ ਨਾਨਕ ਤੋਂ। ਮੈਂ ਜਾਵਾਂ ਬਲਿਹਾਰ ਸਤਿਗੁਰੂ ਨਾਨਕ ਤੋਂ। ਸਦਕੇ 100 ਵਾਰ ਬਾਬੇ ਨਾਨਕ ਤੋਂ। ਸਤਿਗੁਰੂ ਨਾਨਕ ਤੋਂ। ਸਤਿਗੁਰੂ ਨਾਨਕ ਤੋਂ। ਸਤਿਗੁਰੂ ਨਾਨਕ ਤੋਂ। ਸਤਿਗੁਰੂ ਨਾਨਕ ਤੋਂ। ਹਰ ਜਸ ਗਾਇਓ ਸੰਤ ਜਨਾ ਮਿਲ। 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 ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ। ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਿਵਾਇਓ। ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ। ਸਰਬ ਸੁਖ ਹਰ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰ ਪ੍ਰਸਾਦ ਨਾਨਕ ਮਤ ਪਾਈ। ਹਰ ਜਸ ਗਾਇਓ ਸੰਤ ਜਨਾ ਮਿਲ। 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 ਸ੍ਰੀ ਵਾਹਿਗੁਰੂ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਮਹੱਲਾ ਪੰਜਵਾ। ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ। ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ। ਜਾਂ ਕਾ ਸਤਿਗੁਰ ਪੂਰਾ। ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ। ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ। ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ। ਸਰਣੀ ਪਾਵਨ ਨਾਮ ਧਿਆਵਨ।
ਕੇ ਚਰਨ ਵਸੈ ਮੇਰੇ ਹੀਰ ਸੰਗ ਪੁਨੀਤਾ ਦੇਹੀ ਜਾਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਾਨ ਕੇ ਚਰਨ ਵਸੈ ਮੇਰੇ ਹੀਰ ਸੰਗ ਪੁਨੀਤਾ ਦੇਹੀ ਜਾਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਣਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਪ੍ਰਭੂ ਜੀ ਤੇਰੇ ਸਿਆਣਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। ਮਿੱਠੇ ਬਚਨ ਬਾਬਾ ਜੀ ਤੇਰੇ ਸਿਆਲੇ ਸੀ ਨਾਮਦੇਵ ਨੇ। उत्तम सलोक साध के बचन अमली कलाल एह रतन सुनत कमावत होते उदार आप तरह लो कहन सतार। मिठे बचन बाबा जी तेरे सियाणले से नामदेव ने। मिठे बचन प्रभु जी तेरे सियाणले से नामदेव ने। मिठे बचन बाबा जी तेरे सियाणले सी नामदेव ने। मिठे बचन बाबा जी तेरे सियाणले सी नामदेव ने। श्री वाहिगुरु जी अरदास मेहरबान साहिब मेरा मेहरबान। एक ओंकार श्री वाहिगुरु जी की फतेह। श्री भगवती जी सहाय। बार श्री भगवती जी की पातशाही दसवीं। प्रथम भगवती सिमर के गुरु नानक लेते आए। फिर अंगद गुरते अमरदास रामदास हुए सहाय। अर्जन हर गोविंद नो सिमरो श्री हरे राय। श्री हरि कृष्ण जी त्याए डिठे सब दुख जाए। तेग बहादुर सिमरिए करनौन दिया वे ताए सब थाई हुई जी सहाय।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਜੀ ਸਹਾਏ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਵਾਹਿਗੁਰੂ ਜੀ। ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰੇ ਡਹਾਰਾ ਜਹੂਰੇ ਕਲ ਜੋ ਕੇ ਬੋਇਥ ਨਾਮ ਕੇ ਜਹਾਜ ਹਾਲਤ ਬੰਦ ਕੇ ਰੱਖਿਆਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿਨਕੇ ਪਾਠ ਦਰਸ਼ਨ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਵਾਹਿਗੁਰੂ ਜੀ। 10 ਪਾਤਸ਼ਾਹੀਆਂ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰੇ ਸਤਿਗੁਰਾਨਾ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਵਾਹਿਗੁਰੂ ਜੀ। ਸਮੂਹ ਗੁਰਤਾਕਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਬਾਬਾ ਜੀ ਦੇ ਨਾਮ ਬੰਦਗੀ ਵਾਲੇ ਪਵਿੱਤਰ ਮਰਿਆਦਾ ਵਾਲੇ ਅਸਥਾਨਾਂ ਦਾ ਧਿਆਨ ਧਰ ਕੇ ਬੋਲਣਾ ਜੀ। ਵਾਹਿਗੁਰੂ ਜੀ। ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਰਾਤ ਦੇ ਦੀਵਾਨ ਸਜਾਏ ਗਏ ਹਨ ਬਾਣੀ ਪੜੀ ਸੁਣੀ ਦਰ ਪ੍ਰਵਾਨ ਕਰਨੀ ਆਈ ਹੋਈ ਸੰਗਤ ਦੀ ਦਾਤੇ ਹਾਜ਼ਰੀ ਲਾਉਣੀ। ਇਸ ਵੇਲੇ ਆਪ ਜੀ ਦੇ ਸੋਹਣੇ ਵਿਸ਼ੇ ਤਿਆਰ ਹੈ। ਆਪ ਜੀ ਆਪਣੇ ਸੁਖਾਸਨ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਕਿਸੇ ਬਖਸ਼ੋ ਸਰ ਭੁੱਲਾ ਮਾਫ ਕਰੋ। ਜੋ ਵੀ ਇਸ ਵੇਲੇ ਆਪ ਜੀ ਸੋਹਣੇ ਦਰਬਾਰ ਵਿੱਚ ਆਇਆ ਹੈ ਆਪ ਜੀ ਦੀਆਂ ਮੇਰਾਂ ਦਾ ਸਦਕਾ ਸਬਰਾਜੀ ਹੀ ਜਾਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇਰੇ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ। ਬਾਦਸ਼ਾਹ ਸ਼ਾਸ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਬੀਨੇ। ਨਿਰਭਉ ਹੋਏ ਪ੍ਰਭੂ ਭਗਵਾਨ ਸਾ ਸੰਗਤ ਮਿਲ ਕੀਨੋ ਦਾਨ। ਸਰਨ ਪ੍ਰੇ ਪ੍ਰਭ ਅੰਤਨ ਜਾਮੀ ਨਾਨਕ ਕੋਟ ਬਕਰੀ ਪ੍ਰਭ ਸੁਆਮੀ। ਜਿਸ ਮਨ ਵਸੈ ਸੁਣ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇ ਤਤ ਕਾਲ ਉਧਾਰੈ। ਨਿਰਮਲ ਸੁਭਾ ਅਮਰਤ ਤਾਂ ਕੀ ਬਾਣੀ ਏਕ ਨਾ ਮਨ ਮਾਹੇ ਸਮਾਨੀ। ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਉੱਚ ਤਾਂ ਕੀ ਸੁਭਾਵਨੀ ਨਾਨਕੇ ਗੁਣ ਨਾਮ ਸੁਖਮਣੀ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ। ਪ੍ਰਭ ਸਦਾ ਗ੍ਰਹਿ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ। ਮਨ ਬਿਲਾਸ ਪਏ ਸਾਹ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਤੇਰਾ ਕੀਤਾ ਰਾਤੋ ਨਾਹੀ ਮੈਨੂੰ ਰੋਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੈ ਹਰਿਆ। ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਨਾਨਕ ਦੀਆਂ ਸੰਗਤਾਂ ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।